ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੁਆਮੀ ਸ਼ਿਵਾਨੰਦ ਜੀ ਸਰਸਵਤੀ ਰਿਸ਼ੀਕੇਸ਼ ਦੇ ਅਨੁਭਵ। ਧਿਆਨ ਲਗਾਉਣ ਦਾ ਅਭਿਆਸ ਕਰਨ ਤੋਂ ਪਹਿਲਾਂ ਸਧਾਰਨ ਜਿਹਾ ਪ੍ਰਕਾਸ਼ ਦਿਖਾਈ ਦੇਵੇਗਾ, ਜਿਵੇਂ ਦੂਰ ਜੁਗ ਨੂੰ ਜਗਮਗਾਉਂਦਾ ਹੋਵੇ। ਜਿਵੇਂ ਟਿਣਾਣਾ ਜਿਹਾ ਹੁੰਦਾ ਨਾ, ਉਹ ਜਿਹੜੇ ਫੰਗ ਜਿਹਾ ਮਾਰਦਾ, ਥੋੜ੍ਹਾ ਪ੍ਰਕਾਸ਼ ਦੀਦਾ। ਫਿਰ ਬੁਝਦਾ ਅਤੇ ਬਲਦਾ ਪ੍ਰਕਾਸ਼, ਫਿਰ ਤੇਜ਼ ਪ੍ਰਕਾਸ਼, ਜਿਵੇਂ ਬਿਜਲੀ ਚਮਕ ਰਹੀ ਹੋਵੇ। ਜਿਵੇਂ ਬਾਣੀ 'ਚ ਲਿਖਿਆ ਨਾ, ਬਿਜਲੀ ਚਮਕੈ ਹੋਏ ਆਨੰਦ, ਜੇ ਪੌੜਾ ਸ਼੍ਰੀ ਕਮਲਾ ਕੰਧ। ਫਿਰ ਪਾਸੇ ਤੇਜ਼ ਜੋਤੀ, ਜਿਵੇਂ ਇੱਕ ਵਿਸ਼ਾਲ ਚੰਗਿਆੜੀ ਉੱਠ ਰਹੀ ਹੋਵੇ, ਪਰ ਇਹ ਈਸ਼ਵਰੀ ਜੋਤ ਦਾ ਪ੍ਰਕਾਸ਼ ਨਹੀਂ ਹੈ। ਈਸ਼ਵਰੀ ਪ੍ਰਕਾਸ਼ ਤਾਂ ਇਸ ਤਰ੍ਹਾਂ ਆਉਂਦਾ ਹੈ, ਜਿਵੇਂ ਲੰਬੇ ਤੰਗ ਸੁਰਾਖਾਂ ਹਾਂਜੀ, ਨੈਰੋ, ਜਿਵੇਂ ਤੰਗ ਹੁੰਦੇ ਨਾ, ਦੁਆਰਾ ਪ੍ਰਕਾਸ਼ ਆਉਂਦਾ ਹੈ, ਨਾ ਕਿ ਖੁੱਲ੍ਹੇ ਦਰਵਾਜ਼ੇ ਦੇ ਰਾਹ ਤੋਂ। ਭਾਵ ਜਿਵੇਂ ਸੂਰਜ ਦੀਆਂ ਕਿਰਨਾਂ ਚੀਤਾਂ ਵਿੱਚੋਂ ਹਨੇਰੇ ਕਮਰੇ ਵਿੱਚ ਆਉਂਦੀਆਂ ਹਨ। ਹਾਂਜੀ, ਇਹ ਪ੍ਰਕਾਸ਼ ਬਿਜਲੀ ਦੀ ਚਮਕ ਦੀ ਤਰ੍ਹਾਂ ਹੁੰਦਾ ਹੈ। ਇਹ ਅਚਾਨਕ ਪ੍ਰਕਾਸ਼ ਵਿੱਚ ਸਭ ਆਵਾਜ਼ਾਂ ਦਬ ਜਾਂਦੀਆਂ ਹਨ। ਸਾਧਕ ਪ੍ਰੇਮ ਅਤੇ ਡਰ ਦੇ ਮਾਰੇ ਕੰਬਦਾ ਹੈ। ਇੰਨਾ ਝੁੰਧਿਆ ਦੇਣ ਵਾਲਾ ਇਹ ਤੇਜ਼ ਪ੍ਰਕਾਸ਼ ਹੁੰਦਾ ਹੈ। ਅਤੇ ਹੁਣ ਉਹ ਦੱਸਦੇ ਵੀ ਜਿਹੜਾ ਮੂਸਾ ਸੀ ਨਾ, ਇਹਨਾਂ ਦਾ ਪੈਗੰਬਰ ਈਸਾਈਆਂ ਦਾ, ਅਤੇ ਜਦੋਂ ਪ੍ਰਕਾਸ਼ ਹੋਇਆ ਅਤੇ ਮੂੰਦਾ ਹੋ ਕੇ ਡਿੱਗ ਪਿਆ ਸੀ। ਇਸ ਤਰ੍ਹਾਂ ਕਈ ਬੰਦੇ ਹੁੰਦੇ ਆ, ਉਹ ਫਿਰ ਜਦੋਂ ਪ੍ਰਕਾਸ਼ ਹੁੰਦਾ ਬਰਦਾਸ਼ਤ ਨਹੀਂ ਕਰ ਸਕਦੇ, ਅਤੇ ਉਹਨਾਂ 'ਤੇ ਕਈ ਵਾਰੀ ਅਸਰ ਗਹਿਰਾ ਜਿਹਾ ਹੋ ਜਾਂਦਾ ਹੈ। ਜਦ ਯੋਗੀ ਦੀ ਚੰਗੀ ਅਵਸਥਾ ਹੋ ਜਾਂਦੀ ਹੈ, ਤਾਂ ਉਸ ਸਮੇਂ ਵੱਡੇ ਲੋਕਪਾਲ, ਅਧਿਕਾਰੀ, ਦੇਵਤਾਵਾਂ ਅਤੇ ਸਿੱਧਾਂ ਦੇ ਸਾਫ਼ ਦਰਸ਼ਨ ਹੁੰਦੇ ਹਨ। ਉਸ ਸਮੇਂ ਦੇਵਤਾ ਲੋਕ ਉਸ ਨੂੰ ਆਪਣੇ ਲੋਕਾਂ ਦੇ ਭੋਗਾਂ ਦੇ ਸੁੱਖ ਦਿਖਾ ਕੇ ਅਤੇ ਕਈ ਤਰ੍ਹਾਂ ਦੇ ਉਸ ਦੇ ਭੋਗਾਂ ਵਿੱਚ ਵਾਧਾ ਕਰਕੇ ਉਸ ਨੂੰ ਆਪਣੇ ਕੋਲ ਬੁਲਾਉਂਦੇ ਹਨ। ਪਰ ਲਾਲਚ ਨਾ ਫਸੇ, ਜਿਨ੍ਹਾਂ ਨੂੰ ਤਿਆਗ ਕੇ ਹੀ ਉਸ ਨੂੰ ਇਹ ਅਵਸਥਾ ਮਿਲਦੀ ਹੈ। ਕਿਉਂਕਿ ਜਿਸ ਵੇਲੇ ਤੁਰਦਾ ਅਤੇ ਦੇਵਤੇ ਵੀ ਕਈ ਫਿਰ ਲਾਲਚ ਦਿਖਾਉਂਦੇ ਆ, ਉਹਨੂੰ ਗਾਂਹ ਵਧਣ ਨਹੀਂ ਦਿੰਦੇ। ਜੇ ਤਾਂ ਉੱਥੇ ਫਸ ਗਿਆ ਫਿਰ ਉੱਥੇ ਰਹਿ ਗਿਆ। ਪਰ ਇਨਸਾਨ ਤਾਂ ਇੱਥੇ ਦੇ ਪਦਾਰਥਾਂ 'ਚੋਂ ਨਹੀਂ ਨਿਕਲਦਾ, ਅਤੇ ਦੇਵਲੋਕ ਦੇ ਪਦਾਰਥਾਂ 'ਚੋਂ ਕਿਤੇ ਨਿਕਲਣਾ। ਇੱਥੇ ਦੁਨੀਆ ਲੱਟੂ ਹੋਈ ਫਿਰਦੀ ਹੈ। ਜਦ ਯੋਗੀ ਸੱਤਵੀਂ ਭੂਮਿਕਾ 'ਤੇ ਪਹੁੰਚ ਜਾਂਦਾ ਹੈ, ਤਾਂ ਉੱਥੇ ਸੁੰਦਰ ਇਸਤਰੀਆਂ ਅਤੇ ਭਿੰਨ ਤਰ੍ਹਾਂ ਦੇ ਭੋਗ ਉਸ ਦੇ ਸਾਹਮਣੇ ਆਉਂਦੇ ਹਨ ਅਤੇ ਉਸ ਨੂੰ ਆਪਣੇ ਵੱਲ ਖਿੱਚਦੇ ਹਨ। ਜੇਕਰ ਇਸ ਪ੍ਰੀਖਿਆ ਵਿੱਚ ਪੂਰਾ ਉਤਰਿਆ, ਤਾਂ ਚੜ੍ਹੇ ਤਾਂ ਚਾਖੇ ਪ੍ਰੇਮ ਰਸ ਵਾਲੀ ਗੱਲ ਹੈ, ਡਿੱਗ ਪੈ ਤੇ ਚਕਨਾਚੂਰ ਵਾਲੀ ਗੱਲ ਹੈ। ਇਹ ਸਭ ਤੋਂ ਕਰੜੀ ਪ੍ਰੀਖਿਆ ਦਿੱਤੇ ਬਿਨਾਂ ਮੁਕਤੀ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ। ਇਸ ਲਈ ਤੀਬਰ ਵੈਰਾਗ ਦੀ ਜ਼ਰੂਰਤ ਹੈ, ਨਹੀਂ ਤਾਂ ਪਿਛਲੇ ਬੁਰੇ ਸੰਸਕਾਰ ਉੱਭਰ ਆਉਂਦੇ ਹਨ ਅਤੇ ਸਾਧਕ ਦੇ ਕੀਤੇ ਕਿਰਾਏ 'ਤੇ ਪਾਣੀ ਫਿਰ ਜਾਂਦਾ ਹੈ। ਧਿਆਨ ਦੇ ਦੌਰਾਨ ਕਦੀ ਤੁਸੀਂ ਅਜਿਹਾ ਮਹਿਸੂਸ ਕਰੋਗੇ ਕਿ ਤੁਸੀਂ ਆਪਣੇ ਸਥਾਨ ਤੋਂ ਉੱਪਰ ਉੱਠ ਰਹੇ ਹੋ, ਜਾਂ ਹਵਾ ਵਿੱਚ ਉੱਡ ਰਹੇ ਹੋ, ਜਾਂ ਮਿੱਠੀਆਂ ਆਵਾਜ਼ਾਂ ਸੁਣੋਗੇ, ਜਾਂ ਲਾਲ, ਨੀਲਾ, ਚਿੱਟਾ, ਕਾਲਾ ਜਾਂ ਪੀਲਾ ਪ੍ਰਕਾਸ਼ ਦੇਖੋਗੇ। ਕਈ ਸਾਧਕ
ਧਿਆਨ ਵਿੱਚ ਆਨੰਦ ਮਹਿਸੂਸ ਕਰਦੇ ਹਨ। ਜੇਕਰ ਧਿਆਨ ਕਾਲ ਵਿੱਚ ਤੁਹਾਡੀ ਸਿਹਤ ਠੀਕ ਹੈ, ਜੇਕਰ ਤੁਸੀਂ ਪ੍ਰਸੰਨ ਚਿੱਤ ਹੋ ਅਤੇ ਤੁਹਾਨੂੰ ਆਨੰਦ ਆਉਂਦਾ ਹੈ, ਤਾਂ ਸਮਝ ਲਓ ਕਿ ਧਿਆਨ ਠੀਕ ਹੋ ਰਿਹਾ ਹੈ। ਜੇਕਰ ਧਿਆਨ ਕਾਲ ਵਿੱਚ ਤੁਸੀਂ ਬਲਦੀ ਹੋਈ ਅੱਗ, ਰਿਸ਼ੀ ਮੁਨੀ ਫਰਿਸ਼ਤੇ ਆਦਿ ਦੇਖੇ ਤਾਂ ਡਰੋ ਨਾ। ਸ਼ਾਇਦ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਸਿਰ ਦਿਖਾਈ ਦੇਵੇ ਜੋ ਅੱਗ ਦੀ ਤਰ੍ਹਾਂ ਲਾਲ ਹੁੰਦਾ ਹੈ ਅਤੇ ਦੇਖਣ ਵਿੱਚ ਡਰਾਉਣਾ ਹੁੰਦਾ ਹੈ। ਇਸ ਦੇ 3 ਵੱਡੇ ਵੱਡੇ ਚਿੱਟੇ ਖੰਭ ਹੁੰਦੇ ਹਨ, ਜਿਵੇਂ ਚਿੱਟਾ ਬੱਦਲ। ਇਹ ਖੰਭ ਕਦੇ ਫੜਫੜਾਉਂਦੇ ਹਨ, ਕਦੇ ਖਾਮੋਸ਼ ਹੋ ਜਾਂਦੇ ਹਨ। ਇਸ ਦਾ ਸਿਰ ਕੋਈ ਸ਼ਬਦ ਨਹੀਂ ਬੋਲਦਾ, ਪਰ ਡਰੇ ਨਾ। ਇਸੇ ਤਰ੍ਹਾਂ ਜੇਕਰ ਭੂਤ ਪ੍ਰੇਤ ਦੇਖੋ ਤਾਂ ਉਹਨਾਂ ਨੂੰ ਕਹੋ ਕਿ ਇੱਥੋਂ ਚਲੇ ਜਾਓ, ਉਹ ਚਲੇ ਜਾਣਗੇ। ਇਹ ਸਿਰਫ ਤੁਹਾਡੇ ਹੌਸਲੇ ਦੀ ਪਰਖ ਹੁੰਦੀ ਹੈ। ਹੁਣ ਇਹ ਜੁਦੇ ਜੁਦੇ ਮਹਾਂਪੁਰਸ਼ਾਂ ਦੇ ਅਨੁਭਵ ਦੱਸਦੇ ਹਨ। ਆਨੰਦ ਸਵਾਮੀ ਜੀ ਮਹਾਰਾਜ ਦੇ ਅਨੁਭਵ। ਵੇਦ ਭਗਵਾਨ ਨੇ ਈਸ਼ਵਰ ਨੂੰ ਜੋਤੀਆਂ ਦੀ ਜੋਤੀ ਕਿਹਾ ਹੈ। ਇਸ ਲਈ ਜੋਤੀ ਦਾ ਧਿਆਨ ਕਰਾਂਗੇ ਤਾਂ ਉਹ ਜੋਤੀ ਤ੍ਰਿਕਟੀ ਵਿੱਚ ਟਿਕ ਜਾਵੇਗੀ ਅਤੇ ਜਦੋਂ ਵੀ ਅੱਖ ਬੰਦ ਕਰੋਗੇ ਤਾਂ ਉਹ ਰੋਸ਼ਨੀ ਦਿਖਾਈ ਦੇਵੇਗੀ। ਉਸ ਸਮੇਂ ਸਮਝੋ ਕਿ ਮਨ ਇਕਾਗਰ ਕਰਨ ਦੀ ਪਹਿਲੀ ਪੌੜੀ ਚੜ੍ਹ ਗਏ। ਇਸੇ ਰੋਸ਼ਨੀ ਨੂੰ ਲਗਾਤਾਰ ਦੇਖਦੇ ਰਹੋ ਅਤੇ ਧਿਆਨ ਦੀ ਅੱਖ ਨੂੰ ਇੱਧਰ ਉੱਧਰ ਨਾ ਹੋਣ ਦਿਓ। ਫਿਰ ਅੰਦਰੋਂ ਅਜੀਬੋ ਗਰੀਬ ਆਵਾਜ਼ਾਂ ਸੁਣਨਗੀਆਂ, ਜਿਨ੍ਹਾਂ ਨੂੰ ਅਨਹਦ ਬਾਜੇ ਕਹਿੰਦੇ ਹਨ, ਪਰ ਇਹ ਰੋਸ਼ਨੀ ਅਤੇ ਅਨਹਦ ਬਾਜੇ ਸਭ ਜੜ ਹਨ। ਕਈ ਤਾਂ ਇੱਥੇ ਫਸ ਜਾਂਦੇ ਹਨ। ਇਸ ਤੋਂ ਅੱਗੇ ਵਧੋ, ਫਿਰ ਰੋਸ਼ਨੀ ਤੋਂ ਖੁਸ਼ਬੂ ਆਵੇਗੀ, ਫਿਰ ਆਸ਼ੀਰਵਾਦ ਦਾ ਕੋਈ ਹੱਥ ਰੱਖੇਗਾ, ਫਿਰ ਸੁੰਨ ਹੋ ਜਾਵੇਗਾ। ਇਹ ਦੂਜੀ ਪੌੜੀ ਹੈ। ਇਸ ਤੋਂ ਬਾਅਦ ਹੰਕਾਰ ਦਿਖਾਈ ਦੇਵੇਗਾ। ਇਹ ਤੀਜੀ ਪੌੜੀ ਹੈ। ਫਿਰ ਆਤਮਾ ਅਲੱਗ ਦਿਖਾਈ ਦੇਵੇਗਾ ਅਤੇ ਸਰੀਰ ਅਲੱਗ। ਅਜਿਹਾ ਮਹਿਸੂਸ ਹੋਵੇਗਾ ਕਿ ਆਤਮਾ ਦੇ ਸੁਭਾਅ ਬਾਕੀ ਸਭ ਜੜ ਹੈ। ਇਹ ਚੌਥੀ ਪੌੜੀ ਹੈ। ਫਿਰ ਹੋਰ ਅੱਗੇ ਵਧੋ। ਫਿਰ ਇੱਕ ਪਾਸੇ ਸਮ ਅਵਸਥਾ ਵਿੱਚ ਨਿਰਗੁਣ ਪ੍ਰਕਿਰਤੀ ਦਿਖਾਈ ਦੇਵੇਗੀ ਅਤੇ ਦੂਸਰੇ ਪਾਸੇ ਚਮਕਦਾ ਹੋਇਆ ਆਤਮਾ। ਨਿਰਗੁਣ ਪ੍ਰਕਿਰਤੀ ਵਿੱਚ ਰੰਗ ਰੂਪ ਗੰਧ ਆਦਿ ਕੁਝ ਨਹੀਂ ਹੋਵੇਗਾ। ਹੁਣ ਇਸ ਆਤਮਾ ਦੇ ਸਹਾਰੇ ਪੰਜਵੀਂ ਪੌੜੀ ਵੱਲ ਹੋਰ ਅੱਗੇ ਵਧੋ, ਕਿਉਂਕਿ ਪਰਮਾਤਮਾ ਦਾ ਦਰਸ਼ਨ ਕੇਵਲ ਆਤਮਾ ਹੀ ਕਰ ਸਕਦਾ ਹੈ। ਇੱਕ ਮਹਾਤਮਾ ਦੇ ਅਨੁਭਵ ਧਿਆਨ ਦੀਆਂ ਅਵਸਥਾ ਜਾਂ ਦਰਜੇ। ਯੋਗਾ ਅਭਿਆਸ ਕਰਦੇ ਕਰਦੇ ਜਦ ਜੋਗੀ ਧਿਆਨ ਦੀ ਪਹਿਲੀ ਪਰਪੱਕ ਅਵਸਥਾ, ਪੱਕੀ ਅਵਸਥਾ ਵਿੱਚ ਪਹੁੰਚਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਬਾਹਰ ਦਾ ਰੌਲਾ ਰੱਪਾ ਭੁੱਲ ਜਾਂਦਾ ਹੈ। ਬਾਹਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ, ਬਾਹਰ ਦੀਆਂ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਅੰਦਰ ਹੀ ਅੰਦਰ ਅਜੀਬ ਤਰ੍ਹਾਂ ਦੀਆਂ ਸ਼ਕਲਾਂ ਨਜ਼ਰ ਆਉਂਦੀਆਂ ਹਨ, ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਖੁਸ਼ਬੂ ਆਉਂਦੀ ਹੈ, ਰਸ ਮਹਿਸੂਸ ਹੁੰਦਾ ਹੈ। ਭਾਵ ਹਰ ਤਰ੍ਹਾਂ ਦੇ ਵਿਸ਼ੇ ਅੰਦਰ ਹੀ ਮਹਿਸੂਸ ਹੋਣ ਲੱਗਦੇ ਹਨ। ਆਵਾਜ਼ ਵੱਲ ਧਿਆਨ ਦਿਓ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਦੂਰ ਕਿਤੇ ਪਹਾੜੀ ਦੀ ਚੋਟੀ 'ਤੇ ਢੋਲ ਵੱਜ ਰਿਹਾ ਹੈ ਜਾਂ ਦੂਰ ਕਿਤੇ ਕੋਈ ਅਤ ਮਧੁਰ ਬੰਸਰੀ ਵਜਾ ਰਿਹਾ ਹੈ। ਝਰਨਿਆਂ ਦੇ ਡਿੱਗਣ ਦਾ ਸ਼ਬਦ ਸੁਣਾਈ ਦਿੰਦਾ ਹੈ। ਬੱਦਲ ਗੱਜਦੇ ਮਹਿਸੂਸ ਹੁੰਦੇ ਹਨ। ਕਦੇ ਕੜਕਵੀਂ ਆਵਾਜ਼ ਵਿੱਚ, ਕਦੀ ਮਧੁਰ ਸੁਰਾਂ, ਕਦੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਦੂਰ ਕੋਈ ਗਾ ਰਿਹਾ ਹੋਵੇ। ਕੀ ਗਾ ਰਿਹਾ ਹੈ ਇਹ ਪਤਾ ਨਹੀਂ ਲੱਗਦਾ, ਕੇਵਲ ਆਵਾਜ਼ ਸੁਣਾਈ ਦਿੰਦੀ ਹੈ। ਰੂਪ ਦਾ ਧਿਆਨ ਕਰੋ ਤਾਂ ਅਜੀਬ ਰੌਸ਼ਨੀਆਂ ਦਿਖਾਈ ਦਿੰਦੀਆਂ ਹਨ। ਕਦੇ ਜਿਵੇਂ ਲੈਂਪ ਬਲ ਰਿਹਾ ਹੋਵੇ, ਕਦੇ ਜਿਵੇਂ ਬਿਜਲੀ ਦਾ ਬਲਬ ਜਗਮਗਾਉਂਦਾ ਹੋਵੇ, ਕਦੇ ਜਿਵੇਂ ਜੁਗਨੂ ਜਾਂ ਦੂਰ ਪਰੇ ਇੱਕ ਤਾਰਾ ਹੋਵੇ, ਕਦੇ ਸੂਰਜ ਚਮਕਦਾ ਹੈ ਜਾਂ ਜਿਵੇਂ ਕਰੋੜਾਂ ਸੂਰਜ ਇੱਕ ਸਾਰ ਚਮਕ ਉੱਠੇ ਹੋਣ, ਕਦੇ ਇਸ ਤਰ੍ਹਾਂ ਜਿਵੇਂ ਇੱਕ ਸਾਰ ਹਜ਼ਾਰਾਂ ਬਿਜਲੀਆਂ ਕੜਕ ਪਈਆਂ ਹੋਣ। ਅਜਿਹੀ ਹਾਲਤ ਵਿੱਚ ਕਈ ਵਾਰ ਜੋਗੀ ਡਰ ਨਾਲ ਕੰਬ ਜਾਂਦਾ ਹੈ
ਅਤੇ ਘਬਰਾ ਕੇ ਅੱਖਾਂ ਖੋਲ੍ਹ ਲੈਂਦਾ ਹੈ। ਖੁਸ਼ਬੂ ਦਾ ਧਿਆਨ ਕਰੋ ਤਾਂ ਅਜਿਹੀਆਂ ਸੁਗੰਧੀਆਂ ਆਉਣ ਲੱਗਦੀਆਂ ਹਨ ਜੋ ਬਾਹਰ ਕਿਸੇ ਚੀਜ਼ ਵਿੱਚ ਨਹੀਂ ਹਨ। ਇੰਨੀ ਮਧੁਰ, ਇੰਨੀ ਮਿੱਠੀ ਸੁਗੰਧੀ ਛੱਡਣ ਨੂੰ ਜੀ ਨਹੀਂ ਕਰਦਾ। ਇਸੇ ਤਰ੍ਹਾਂ ਦੂਜੀਆਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ, ਪਰ ਇਹ ਸਭ ਕੁਝ ਆਤਮਾ ਨਹੀਂ, ਕੇਵਲ ਪ੍ਰਕਿਰਤੀ ਹੈ। ਇਹ ਸਭ ਕੁਝ ਜੜ ਹੈ ਔਰ ਚੇਤਨ ਨਹੀਂ। ਆਤਮਾ ਨੂੰ ਦੇਖਣਾ ਹੋਵੇ ਤਾਂ ਅੱਗੇ ਵਧੋ ਅਤੇ ਧਿਆਨ ਦੀ ਦੂਜੀ ਪਰਪੱਕ ਅਵਸਥਾ ਵਿੱਚ ਪਹੁੰਚੋ, ਜਿੱਥੇ ਪਹੁੰਚ ਕੇ ਪੰਜ ਤਨ ਮਾਤਰਾ ਦੀ ਮਾਤਾ ਅਹੰ ਅਸਮੀ ਹੰਕਾਰ ਦਿਖਾਈ ਦੇਣ ਲੱਗਦੀ ਹੈ। ਰੌਸ਼ਨੀ ਦੇ ਰੰਗ ਬਿਰੰਗੇ ਗੋਲੇ ਨਜ਼ਰ ਆਉਂਦੇ ਹਨ ਜੋ ਧਰਤੀ, ਆਕਾਸ਼, ਜਲ, ਅੱਗ, ਹਵਾ ਆਦਿ ਦੇ ਪ੍ਰਤੀਕ ਰੂਪ ਬਣ ਕੇ ਚਮਕਦੇ ਹਨ। ਜਿਵੇਂ ਹਵਾ ਦਾ ਰੰਗ ਹਰਾ ਹੈ, ਪਰ ਇਹ ਵੀ ਆਤਮਾ ਨਹੀਂ, ਸਗੋਂ ਜੜ ਹੈ। ਇਸ ਤੋਂ ਅੱਗੇ ਚੱਲੋ, ਫਿਰ ਹੰਕਾਰ ਦਾ ਦਰਸ਼ਨ ਹੁੰਦਾ ਹੈ। ਚਮਕਦਾ ਹੋਇਆ ਪ੍ਰਕਾਸ਼ ਸਭ ਨੂੰ ਆਪਣੇ ਵੱਲ ਖਿੱਚਦਾ ਹੈ, ਪਰ ਇਹ ਵੀ ਆਤਮਾ ਨਹੀਂ, ਇਹ ਵੀ ਪ੍ਰਕਿਰਤੀ ਦਾ ਇੱਕ ਰੂਪ ਹੈ। ਇਸ ਤੋਂ ਅੱਗੇ ਚੱਲੋ, ਅੱਗੇ ਤੀਜੇ ਦਰਜੇ ਵਿੱਚ ਪਹੁੰਚੋ। ਇੱਥੇ ਮਹਿ ਤੱਤ ਹੈ ਔਰ ਮਹੱਤ ਦਾ ਦਰਸ਼ਨ ਹੁੰਦਾ। ਜਿਹੜੇ ਪੰਜੇ ਤੱਤ ਹੈਗੇ, ਆਕਾਸ਼, ਬਾਜੂ, ਅਗਨੀ ਵਗੈਰਾ, ਜਿਸ ਤੋਂ ਇਹ ਸ੍ਰਿਸ਼ਟੀ ਬਣੀ ਹੈ, ਇਸ ਦੇ ਅੰਦਰ ਦਾਖਲ ਹੋ ਕੇ ਮਹਿਸੂਸ ਹੁੰਦਾ ਹੈ ਕਿ ਪ੍ਰਕਿਰਤੀ ਕੀ ਹੈ। ਨੇਚਰ ਕਹਿ ਦਿਓ, ਕੁਦਰਤ ਕਹਿ ਦਿਓ, ਮਾਇਆ ਕਹਿ ਦਿਓ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਵਾਜ਼, ਗੰਧ ਹਾਂਜੀ ਜਾਂ ਅਹਿਸਾਸ ਨਹੀਂ। ਇਹ ਪ੍ਰਕਿਰਤੀ ਦਾ ਪਹਿਲਾ ਰੂਪ ਹੈ। ਉਹ ਆਲਮ ਹਾਂਜੀ ਸਥਾਨ ਜਿਸ ਵਿੱਚ ਕੁਝ ਵੀ ਨਹੀਂ ਹੁੰਦਾ। ਫਿਰ ਧਿਆਨ ਦੀ ਚੌਥੀ ਅਵਸਥਾ ਆਉਂਦੀ ਹੈ, ਜਿੱਥੇ ਪ੍ਰਕਿਰਤੀ ਦਾ ਅਸਲ ਰੂਪ ਅੰਤਰਾਤਮਾ ਦਿਖਾਈ ਦਿੰਦਾ ਹੈ। ਜਦ ਬ੍ਰਹਮ ਜੋਤੀ ਦੇ ਦਰਸ਼ਨ ਹੁੰਦੇ ਹਨ, ਅਜਿਹਾ ਪ੍ਰਕਾਸ਼, ਨੂਰ ਕਿ ਲੱਖਾਂ ਸੂਰਜ ਵੀ ਇਸ ਦੇ ਸਾਹਮਣੇ ਫਿੱਕੇ ਨਜ਼ਰ ਆਉਂਦੇ ਹਨ। ਉਹ ਪ੍ਰਕਾਸ਼, ਨੂਰ ਵਰਣਨ ਤੋਂ ਬਾਹਰ ਹੈ। ਉਹ ਪਰਮਾਨੰਦ ਹੈ, ਜਿੱਥੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਜੜ ਕੀ ਹੈ, ਚੇਤਨ ਕੀ ਹੈ, ਆਤਮਾ ਕੀ ਹੈ, ਪ੍ਰਕਿਰਤੀ ਕੀ ਹੈ, ਸਰੀਰ ਦੇ ਅੰਦਰ ਆਤਮਾ ਕਿੱਥੇ ਬੈਠਾ ਹੈ ਆਦਿ। ਇਹ ਸਭ ਕੁਝ ਸਾਫ਼ ਨਜ਼ਰ ਆਉਂਦਾ ਹੈ। ਇਸ ਲਈ ਜੋ ਬ੍ਰਹਮ ਵਿੱਚ ਮਨ ਲਗਾਉਣ ਦਾ ਯਤਨ ਕਰ ਰਿਹਾ ਹੈ, ਉਹੀ ਸਭ ਤੋਂ ਉੱਤਮ ਕਰਮ ਯੋਗ ਹੈ। ਸਭ ਤੋਂ ਉੱਤਮ ਯੋਗ, ਸਭ ਤੋਂ ਵੱਧ ਕੇ ਕਰਤੱਵ ਪਾਲਣ ਅਤੇ ਸਭ ਤੋਂ ਉੱਤਮ ਦਾਨ ਦੇ ਰਿਹਾ ਹੈ। ਉਸ ਨੂੰ ਤੀਰਥਾਂ ਆਦਿ ਵਿੱਚ ਘੁੰਮਣ ਦੀ ਜ਼ਰੂਰਤ ਨਹੀਂ। ਭਗਤੀ ਯੋਗ ਦਾ ਅਰਥ ਹੈ ਭਗਤੀ ਦੁਆਰਾ ਈਸ਼ਵਰ ਦੀ ਪ੍ਰਾਪਤੀ ਜਾਂ ਈਸ਼ਵਰ ਨਾਲ ਯੋਗ ਭਾਵ ਮਿਲਾਪ। ਵੇਦ ਵੀ ਨੇਤੀ ਨੇਤੀ ਕਹਿ ਕੇ ਚੁੱਪ ਹੋ ਜਾਂਦੇ ਹਨ, ਕਿਉਂਕਿ ਭਗਵਾਨ ਅਨੰਤ ਹੈ ਅਤੇ ਉਹਨਾਂ ਦੀ ਭਗਤੀ ਦਾ ਵੀ ਅੰਤ ਨਹੀਂ। ਤਦ ਮਨੁੱਖ ਦੀ ਕੀ ਸਮਰੱਥਾ ਹੈ ਕਿ ਉਹ ਭਗਤੀ ਤੱਤ 'ਤੇ ਕੁਝ ਲਿਖੇ। ਕਹਿੰਦੇ ਤਾਂ ਸਿਰਫ ਪ੍ਰੇਰਨਾ ਲਈ ਹਾਂਜੀ ਅਤੇ ਸ਼ੌਕ ਜਗਾਉਣ ਵਾਸਤੇ ਜਿਹੜੇ ਇਸ ਪਾਸੇ ਤੁਰਦੇ ਵਿਚਾਰਾਂ ਹੈਗੀਆਂ, ਮੁਕੰਮਲ ਰੂਪ 'ਚ ਕਹੀਏ, ਕਹਿੰਦੇ ਨਾ ਦੱਸਿਆ ਜਾ ਸਕਦਾ ਅਤੇ ਨਾ ਲਿਖਿਆ ਜਾ ਸਕਦਾ ਹੈ। ਭਗਤੀ ਦਾ ਸਰੂਪ ਭਾਵ ਭਗਤੀ ਕੀ ਹੈ? ਭਗਵਾਨ ਦੇ ਲਈ ਪਰਮ ਜਾਂ ਅਨੰਨ ਪ੍ਰੇਮ ਦਾ ਨਾਮ ਹੀ ਭਗਤੀ ਹੈ। ਦੇਵ ਰਿਸ਼ੀ ਨਾਰਦ, ਈਸ਼ਵਰ ਵਿੱਚ ਪਰਮ ਅਨੁਰਾਗ ਦਾ ਨਾਮ ਹੀ ਭਗਤੀ ਹੈ। ਔਰ ਇਸੇ ਤਰ੍ਹਾਂ ਸਾਂਡਲੀ ਰਿਸ਼ੀ ਪਰਮ ਅਨੁਰਾਗੀ ਤੋਂ ਲਗਾਤਾਰ ਅਤੇ ਨਿਰੰਤਰ ਪ੍ਰੇਮ ਭਾਵ ਵਹਿੰਦਾ ਹੈ। ਈਸ਼ਵਰ ਵਿੱਚ ਅਖੰਡ ਪ੍ਰੇਮ ਪ੍ਰਵਾਹ ਹੀ ਭਗਤੀ ਹੈ। ਭਾਵ ਮਨ ਸੰਸਾਰ ਦੇ ਸਭ ਵਿਸ਼ਿਆਂ ਜਾਂ ਪਦਾਰਥਾਂ ਤੋਂ ਹਟਾ ਕੇ ਅਖੰਡ ਪ੍ਰੇਮ ਨਾਲ ਕੇਵਲ ਭਗਵਾਨ ਵਿੱਚ ਹੀ ਜੁੜ ਜਾਵੇ ਅਤੇ ਉਹਦੇ ਪ੍ਰੇਮ ਦੀ ਅਟੁੱਟ ਧਾਰਾ ਭਗਵਾਨ ਵੱਲ ਹੀ ਵਹਿਣ ਲੱਗ ਪਵੇ। ਉਹਦੇ ਪ੍ਰੇਮ ਦਾ ਕੇਂਦਰ ਸੰਸਾਰ ਨਾ ਹੋ ਕੇ ਕੇਵਲ ਭਗਵਾਨ ਹੀ ਹੋ ਜਾਂਦੇ ਹਨ। ਉਸ ਦਾ ਪ੍ਰੇਮ ਸੰਸਾਰ ਤੋਂ ਹਟ ਕੇ ਸਭ ਤੋਂ ਪਿਆਰੀ ਵਸਤੂ ਭਾਵ ਭਗਵਾਨ ਵਿੱਚ ਲੱਗ ਜਾਂਦਾ ਹੈ। ਇਸ ਸ੍ਰੀ ਪੁੱਤਰ ਵਿੱਚ ਜੋ ਪਿਆਰ ਹੈ ਉਹ ਪ੍ਰੇਮ ਨਹੀਂ, ਮੋਹ ਹੈ। ਇਸੇ ਨੂੰ ਰਾਗ ਜਾਂ ਅਸਕਤੀ
ਵੀ ਕਹਿੰਦੇ ਹਨ। ਪਕੜ ਜਿਹੜੀ ਹੈ ਜਿਸ ਨਾਲ ਮੋਹ ਹੁੰਦਾ ਹੈ, ਭਾਵ ਜੋ ਮੋਹ ਦੇ ਕਾਰਨ ਪਿਆਰਾ ਲੱਗਦਾ ਹੈ ਉਸ ਵਿੱਚ ਸਵਾਰਥ ਭਾਵ ਰਹਿੰਦਾ ਹੈ, ਉਸ ਤੋਂ ਸੁੱਖ ਦੀ ਇੱਛਾ ਰਹਿੰਦੀ ਹੈ। ਪਰ ਪ੍ਰੇਮ ਵਿੱਚ ਸਵਾਰਥ ਦੇ ਲਈ ਕੋਈ ਥਾਂ ਨਹੀਂ। ਜਿੱਥੇ ਮਮਤਾ ਇਹ ਮੇਰਾ, ਇਹ ਮੇਰੀ ਹੁੰਦੀ ਹੈ, ਉੱਥੇ ਆਸਕਤੀ ਹੋ ਜਾਂਦੀ ਹੈ, ਜੋ ਦੁੱਖ ਦਾ ਕਾਰਨ ਹੈ, ਕਿਉਂਕਿ ਮਮਤਾ ਹੀ ਦੁੱਖ ਦਾ ਮੂਲ ਕਾਰਨ ਹੈ। ਮਮਤਾ ਵਾਲੀ ਚੀਜ਼ ਦਾ ਵਿਰੋਧ ਸਹਿ ਨਹੀਂ ਹੋ ਸਕਦਾ। ਸੰਸਾਰ ਵਿੱਚ ਰੋਜ਼ਾਨਾ ਕਈ ਆਦਮੀ ਮਰ ਜਾਂਦੇ ਹਨ, ਪਰ ਅਸੀਂ ਉਹਨਾਂ ਦੇ ਲਈ ਨਹੀਂ ਰੋਂਦੇ। ਪਰ ਸਾਡੇ ਘਰ ਕੋਈ ਮਰ ਜਾਵੇ ਤਾਂ ਜਾਰੋ ਜਾਰ ਰੋਂਦੇ ਹਾਂ, ਕਿਉਂਕਿ ਇਸ ਵਿੱਚ ਸਾਡੀ ਮਮਤਾ ਹੈ। ਇਸ ਲਈ ਜੇਕਰ ਸੰਸਾਰ ਦੇ ਨਾਸ਼ਵਾਨ ਪਦਾਰਥਾਂ ਵਿੱਚ ਸਾਡੀ ਮਮਤਾ ਨਾ ਹੋਵੇਗੀ ਤਾਂ ਫਿਰ ਉਹਨਾਂ ਦੇ ਵਿਯੋਗ ਵੀ ਸਾਨੂੰ ਦੁੱਖ ਨਹੀਂ ਹੋਵੇਗਾ। ਇਸ ਲਈ ਜੀਵਨ ਵਿੱਚ ਸਭ ਤੋਂ ਵੱਡੀ ਗੱਲ ਜੋ ਕਰਨੀ ਹੈ ਉਹ ਇਹ ਹੈ ਕਿ ਆਪਣੇ ਜੀਵਨ ਦੇ ਪ੍ਰਵਾਹ ਨੂੰ ਭਗਵਾਨ ਵੱਲ ਮੋੜਨਾ ਹੈ। ਇਸ ਕਰਕੇ ਇਹ ਝੂਠੀ ਮਮਤਾ ਨੂੰ ਮਾਰ ਭਜਾਉਣਾ ਹੀ ਭਗਤੀ ਹੈ। ਜੇਕਰ ਭਗਵਾਨ ਨਾਲ ਸਾਡੀ ਮਮਤਾ ਹੋ ਜਾਵੇ ਤਾਂ ਬਸ ਕੰਮ ਬਣ ਜਾਵੇ, ਫਿਰ ਅਸੀਂ ਉਹਨਾਂ ਦਾ ਵਿਯੋਗ ਨਹੀਂ ਸਹਿ ਸਕਾਂਗੇ। ਬਸ ਭਗਵਾਨ ਵਿੱਚ ਅਨੰਨ ਮਮਤਾ ਹੀ ਭਗਤੀ ਹੈ। ਜਦੋਂ ਤੱਕ ਸਾਡਾ ਸਰੀਰ ਨਾਲ ਸੰਬੰਧ ਹੈ ਤਦ ਤੱਕ ਸਾਡਾ ਭਗਵਾਨ ਨਾਲ ਸੰਬੰਧ ਨਹੀਂ ਹੋ ਸਕਦਾ। ਤੁਲਸੀਦਾਸ ਜੀ ਕਹਿੰਦੇ ਹਨ, ਸਾਡਾ ਰੂਮ ਰੂਮ ਮਮਤਾ ਵਿੱਚ ਬੱਝਾ ਹੈ। ਮਾਤਾ ਪਿਤਾ ਇਸਤਰੀ ਪੁੱਤਰ ਮਕਾਨ ਤਨ ਧਨ ਮਿੱਤਰ ਸੁੰਦੀ, ਇਹਨਾਂ ਸਭਨਾਂ ਵਿੱਚ ਸਾਡੀ ਮਮਤਾ ਹੈ। ਇਹ ਮਮਤਾ ਦੇ ਸਭ ਡੇਰਿਆਂ ਨੂੰ, ਸਭ ਸਥਾਨਾਂ ਤੋਂ ਤੋੜ ਕੇ ਇੱਕ ਸਥਾਨ 'ਤੇ ਇਕੱਠਾ ਕਰ ਲਓ ਅਤੇ ਉਸ ਦੀ ਮਜ਼ਬੂਤ ਡੋਰੀ ਬਣਾ ਲਓ ਅਤੇ ਉਸ ਡੋਰੀ ਨਾਲ ਆਪਣੇ ਮਨ ਨੂੰ ਭਗਵਾਨ ਦੇ ਚਰਨ ਕਮਲਾਂ ਨਾਲ ਬੰਨ੍ਹ ਦਿਓ। ਬੰਨ੍ਹ ਲਓ, ਭਾਵ ਸਾਡੀ ਸਭ ਮਮਤਾ ਭਗਵਾਨ ਵਿੱਚ ਹੋ ਜਾਵੇ। ਭਗਵਾਨ ਤੋਂ ਇਲਾਵਾ ਕੋਈ ਚੀਜ਼ ਸਾਡੀ ਨਾ ਰਹੇ। ਇਸ ਨਾਲ ਭਗਵਾਨ ਆਪਣੇ ਹੋ ਜਾਣਗੇ, ਕਿਉਂਕਿ ਜੇਕਰ ਭਗਤ ਦਾ ਮਨ ਬੱਝ ਗਿਆ ਤਾਂ ਭਗਵਾਨ ਦੇ ਚਰਨ ਵੀ ਤਾਂ ਬੱਝ ਗਏ। ਹੁਣ ਜਿਵੇਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਕੀਰਤਪੁਰ ਸੀ, ਭਾਈ ਗੋਂਦਾ ਜੀ ਕਾਬਲ 'ਚ ਸ੍ਰੀ ਜਪਜੀ ਸਾਹਿਬ ਪੜ੍ਹਦੇ ਹਾਂ, ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ, ਉੱਥੇ ਹੀ ਫੜ ਕੇ ਬੈਠਾ ਸੀ। ਅਤੇ ਮਹਾਰਾਜ ਦੀਵਾਨ ਦਾ ਵੀ ਸਾਰੇ ਸਮਾਗਮ ਦਾ ਭੋਗ ਪੈ ਗਿਆ। ਲਾਂਗਰੀ ਵੀ ਆਏ, ਉੱਠੇ ਨਹੀਂ। ਸ਼ਾਮ ਨੂੰ ਕਹਿੰਦੇ ਮਹਾਰਾਜ ਪਿਆ ਜੀ ਉੱਠੇ ਨਹੀਂ, ਕਹਿੰਦੇ ਭਾਈ ਗੋਂਦਾ ਜੀ ਚਰਨ ਨਹੀਂ ਸੀ ਛੱਡਦੇ। ਇਸ ਕਰਕੇ ਇਹ ਹੈ ਉਹਨਾਂ ਪ੍ਰੇਮੀਆਂ ਦੀਆਂ ਗੱਲਾਂ। ਕਹਿੰਦੇ ਫਿਰ ਭਗਵਾਨ ਦੇ ਚਰਨ ਵੀ ਤਾਂ ਬੱਝ ਗਏ। ਭਗਵਾਨ ਕਿੰਨੇ ਦਿਆਲੂ ਹਨ, ਆਪਣੇ ਚਰਨਾਂ ਨੂੰ ਬੰਨ੍ਹਣ ਦਾ ਉਪਾਅ ਵੀ ਦੱਸ ਦਿੱਤਾ ਹੈ। ਸੱਚਮੁੱਚ ਅਨੰਨ ਪ੍ਰੇਮ ਸਿਮਰਨ ਹੀ ਭਗਤੀ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਇੱਕਮਾਤਰ ਇਹੀ ਉਪਾਅ ਹੈ। ਇਹ ਸਭ ਵਾਸ਼ਨਾ ਦਾ ਨਾਸ਼ ਕਰਦਾ ਹੈ ਅਤੇ ਮੁਕਤੀ ਦਾ ਮੁੱਖ ਸਾਧਨ ਹੈ। ਇਸ ਲਈ ਜਪ, ਕੀਰਤਨ, ਸਵੈ ਧਿਆਨ, ਚੰਗੇ ਗ੍ਰੰਥ ਜਿਹੜੇ ਪੜ੍ਹਨੇ, ਆਪਣੇ ਆਪ ਨੂੰ ਵਿਚਾਰਦੇ ਰਹਿਣਾ, ਸਤਸੰਗ ਅਤੇ ਭਗਤਾਂ ਦੀ ਸੇਵਾ ਕਰਨ ਨਾਲ ਭਗਤੀ ਦਾ ਵਿਕਾਸ ਕਰੋ। ਪ੍ਰੇਮ ਅਤੇ ਭਗਵਾਨ ਇੱਕ ਹੀ ਹੈ। ਪ੍ਰੇਮ ਦਾ ਰੂਪ ਪਰਮਾਤਮਾ ਅਤੇ ਪਰਮਾਤਮਾ ਦਾ ਸਰੂਪ ਪ੍ਰੇਮ ਹੈ। ਇਸ ਲਈ ਪ੍ਰੇਮ ਅਤੇ ਪਰਮਾਤਮਾ ਦੋਨੋਂ ਇੱਕ ਹਨ। ਜਦ ਕਿ ਸੂਰਜ ਅਤੇ ਉਸ ਦੀਆਂ ਕਿਰਨਾਂ ਦੋ ਦਿਖਾਈ ਦਿੰਦੇ ਹਨ। ਜਦੋਂ ਤੱਕ ਭਗਤ ਆਪਣਾ ਸਭ ਕੁਝ ਭਗਵਾਨ ਨੂੰ ਅਰਪਣ ਨਾ ਕਰ ਦੇਵੇ ਅਤੇ ਉਸ ਨੂੰ ਰਝਾਉਣ ਲਈ ਆਪਣਾ ਤਨ ਮਨ ਧਨ ਨਾ ਲਾ ਦੇਵੇ, ਤਦ ਤੱਕ ਭਗਵਾਨ ਖੁਸ਼ ਨਹੀਂ ਹੁੰਦੇ ਅਤੇ ਉਸ ਦੇ ਇਸ਼ਾਰਿਆਂ 'ਤੇ ਨਹੀਂ ਨੱਚਦੇ। ਅਨੰਨ ਭਗਤ ਖੁਦ ਭਗਵਾਨ ਦਾ ਹੀ ਰੂਪ ਹੁੰਦਾ ਹੈ। ਉਸ ਵਿੱਚ ਅਤੇ ਭਗਵਾਨ ਵਿੱਚ ਕੋਈ ਅੰਤਰ ਨਹੀਂ ਹੁੰਦਾ। ਇਸ ਲਈ ਕਹਿੰਦੇ ਹਨ, ਪਰ ਮਨ ਜਿਹੜਾ ਹੈ ਛੋਟੀਆਂ ਛੋਟੀਆਂ ਚੀਜ਼ਾਂ, ਛੋਟੇ ਛੋਟੇ ਸੁੱਖਾਂ ਦੇ ਨਾਲ ਬੱਝਾ ਪਿਆ ਹੈ। ਭਗਤ ਔਰ ਭਗਵਾਨ में कुछ अंतर नहीं, ਭਗਤ ਵਸੇ ਭਗਵਾਨ में ਬੈ ਉਨਕੇ ਔਰ ਮਾਹੀ। ਇਸ ਲਈ ਦੇਵ ਰਿਸ਼ੀ ਨਾਰਦ ਕਹਿੰਦੇ ਹਨ ਕਿ ਭਗਤੀ ਪ੍ਰੇਮ ਰੂਪਾ ਹੈ। ਕਹਿੰਦੇ ਹਨ, ਜਿਉਂ ਜਿਉਂ ਪਿਆਰਾ ਮਛਲੀ, ਲੋਭੀ ਪਿਆਰਾ ਦਾਮ, ਮਾਂ ਕੋ ਪਿਆਰਾ ਬਾਲਕਾ, ਭਗਤ ਪਿਆਰਾ ਨਾਮ। ਭਗਤਾਂ ਨੂੰ ਉਹਦੇ ਨਾਮ ਨਾਲ ਪਿਆਰ ਹੈਗਾ।
ਫਿਰ ਦੇਵ ਰਿਸ਼ੀ ਨਾਰਦ ਕਹਿੰਦੇ ਹਨ ਕਿ ਭਗਤੀ ਅੰਮ੍ਰਿਤ ਸਰੂਪਾ ਹੈ। ਇਸ ਨੂੰ ਪਾ ਕੇ ਮਨੁੱਖ ਅਮਰ ਹੋ ਜਾਂਦਾ ਹੈ, ਕਿਉਂਕਿ ਭਗਵਾਨ ਨਾਲ ਆਨੰਦ ਪ੍ਰੇਮ ਹੀ ਅਸਲੀ ਅੰਮ੍ਰਿਤ ਹੈ, ਅਤੇ ਜਿਸ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ। ਸੰਸਾਰ ਦੀ ਇੱਛਾ ਜਾਂ ਆਸਾ ਮੌਤ ਦੇ ਬਰਾਬਰ ਹੈ, ਪਰ ਭਗਤ ਦੇ ਪਰਮਾਤਮਾ ਦਾ ਅਟੁੱਟ ਮਿਲਾਪ ਹੀ ਸੱਚਾ ਅੰਮ੍ਰਿਤ ਹੈ। ਇਸ ਲਈ ਭਗਤ ਮੁਕਤੀ ਦੀ ਪਰਵਾਹ ਨਾ ਕਰਦਾ ਹੋਇਆ ਕੇਵਲ ਭਗਤੀ ਹੀ ਚਾਹੁੰਦਾ ਹੈ। ਉਹ ਸੰਸਾਰ ਦੇ ਭੋਗਾਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਉਹਦਾ ਪਰਮਾਤਮਾ ਦੇ ਇਲਾਵਾ ਕਿਸੇ ਹੋਰ ਚੀਜ਼ ਦੀ ਚਾਹਨਾ ਹੀ ਨਹੀਂ ਰੱਖਦਾ। ਇਸ ਲਈ ਦੇਵ ਰਿਸ਼ੀ ਨਾਰਦ ਕਹਿੰਦੇ ਹਨ ਕਿ ਇਹ ਭਗਤੀ ਤਿਆਗ ਰੂਪਾ ਹੈ। ਭਗਵਾਨ ਦੇ ਅੰਮ੍ਰਿਤ ਭਰੇ ਪ੍ਰੇਮ ਦੇ ਸਾਗਰ ਵਿੱਚ ਡੁੱਬਿਆ ਹੋਇਆ ਭਗਤ ਕਿਸੇ ਹੋਰ ਵਸਤੂ ਦੀ ਇੱਛਾ ਹੀ ਕਿਉਂ ਕਰੇ। ਉਸ ਦੇ ਦਿਲ 'ਤੇ ਤਾਂ ਭਗਵਾਨ ਦਾ ਅਧਿਕਾਰ ਹੋ ਚੁੱਕਾ ਹੁੰਦਾ ਹੈ। ਉਸ ਦੇ ਦਿਲ ਦੇ ਦਰਵਾਜ਼ੇ ਤਾਂ ਸਿਵਾਏ ਭਗਵਾਨ ਦੇ ਪ੍ਰੇਮ ਦੇ ਹੋਰ ਸਭ ਚੀਜ਼ਾਂ ਦੇ ਲਈ ਬੰਦ ਹੋ ਜਾਂਦੇ ਹਨ। ਉਸ ਦੇ ਰੋਮ ਰੋਮ ਵਿੱਚ ਹਰੀ ਰਮ ਰਹੇ ਹੁੰਦੇ ਹਨ। ਉਸ ਦੇ ਮਨ ਵਿੱਚ ਹੋਰ ਚੀਜ਼ਾਂ ਦੇ ਲਈ ਜ਼ਰਾ ਜਿੰਨੀ ਵੀ ਥਾਂ ਨਹੀਂ ਹੁੰਦੀ। ਅਸੀਂ ਉਸ ਵਸਤੂ ਨੂੰ ਪਾਉਣ ਦੀ ਇੱਛਾ ਰੱਖਦੇ ਹਾਂ ਜਿਸ ਵਿੱਚ ਸਾਨੂੰ ਸੁੱਖ ਦੀ ਆਸਾ ਹੋਵੇ, ਪਰ ਜਦੋਂ ਭਗਤ ਦੇ ਕੋਲ ਸਭ ਸੁੱਖਾਂ ਦੇ ਸਰੋਤ ਹਨ ਤਾਂ ਉਸ ਨੂੰ ਸੰਸਾਰ ਦੇ ਤੁੱਛ ਪਦਾਰਥਾਂ ਨੂੰ ਭੋਗਣ ਦੀ ਕੀ ਇੱਛਾ ਹੋ ਸਕਦੀ ਹੈ। ਭਗਤ ਤਾਂ ਸਦਾ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਉਸ ਦੀ ਨਜ਼ਰ ਤਾਂ ਅਨੇਕ ਵਿੱਚ ਇੱਕ 'ਤੇ ਲੱਗੀ ਰਹਿੰਦੀ ਹੈ। ਪ੍ਰੇਮ ਵਿੱਚ ਤਾਂ ਦੇਣਾ ਹੀ ਦੇਣਾ ਹੁੰਦਾ ਹੈ ਅਤੇ ਲੈਣਾ ਕੁਝ ਵੀ ਨਹੀਂ ਹੁੰਦਾ, ਕਿਉਂਕਿ ਪ੍ਰੇਮ ਵਪਾਰ ਨਹੀਂ, ਪ੍ਰੇਮ ਵਿੱਚ ਸੌਦੇਬਾਜ਼ੀ ਨਹੀਂ। ਸੱਚੀ ਭਗਤੀ ਕਿਸੇ ਗਰਜ ਸਵਾਰਥ ਸਿੱਧੀ ਦੇ ਲਈ ਨਹੀਂ ਹੁੰਦੀ ਹੈ। ਭਗਤੀ ਸਿਰਫ ਭਗਤੀ ਦੇ ਲਈ ਹੁੰਦੀ ਹੈ। ਇੱਥੋਂ ਤੱਕ ਕਿ ਭਗਤ ਮੁਕਤੀ ਦੀ ਪਰਵਾਹ ਵੀ ਨਹੀਂ ਕਰਦਾ। ਇਸ ਲਈ ਭਗਤੀ ਨੂੰ ਰਾਣੀ ਅਤੇ ਮੁਕਤੀ ਨੂੰ ਦਾਸੀ ਦੀ ਉਪਮਾ ਦਿੱਤੀ ਗਈ ਹੈ। ਪ੍ਰੇਮ ਵਿੱਚ ਇੱਛਾ ਦਾ ਕੋਈ ਥਾਂ ਨਹੀਂ। ਪ੍ਰੇਮ ਦਾ ਦੂਜਾ ਮਾਰਗ ਤਿਆਗ ਹੈ। ਭਗਤੀ ਦੀ ਇੱਛਾ ਦੋਨੋਂ ਇੱਕ ਥਾਂ 'ਤੇ ਨਹੀਂ ਰਹਿ ਸਕਦੇ। ਧਨ, ਇਸਤਰੀ, ਪੁੱਤਰ, ਮਾਣ ਆਦਿ ਤੁੱਛ ਚੀਜ਼ਾਂ ਦੀ ਇੱਛਾ ਤਾਂ ਇੱਕ ਪਾਸੇ ਰਹੀ। ਭਗਤ ਤਾਂ ਮੁਕਤੀ ਦੀ ਵੀ ਇੱਛਾ ਨਹੀਂ ਰੱਖਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਨਹੀਂ ਤਾਂ ਭਗਤੀ ਵੀ ਇੱਕ ਸੌਦੇਬਾਜ਼ੀ ਬਣ ਕੇ ਰਹਿ ਜਾਂਦੀ ਹੈ। ਲੈਣ ਦੇਣ ਦੇ ਸਿਰ ਖਾਕ ਕਹਿੰਦੇ ਸੁਆਹ ਪਵੇ, ਮੁਹੱਬਤ ਰੱਖੋ ਪਾਕ ਪਵਿੱਤਰ ਕਹਿੰਦੇ ਹਨ। ਪ੍ਰੇਮ ਬਰਾਬਰ ਯੋਗ ਨੇ, ਪ੍ਰੇਮ ਤੁਲ ਨਹੀਂ ਧਿਆਨ। ਪ੍ਰੇਮ ਦੇ ਬਰਾਬਰ ਕੋਈ ਯੋਗ ਨਹੀਂ, ਕੋਈ ਧਿਆਨ ਨਹੀਂ। ਪ੍ਰੇਮ ਭਗਤੀ ਬਿਨਾਂ ਸਾਧਨਾ ਸਭ ਹੀ ਥੋਥਾ ਜਾਣ। ਪ੍ਰੇਮਾ ਭਗਤੀ ਨੇ ਸਾਰੀਆਂ ਚੀਜ਼ਾਂ ਫੋਕੀਆਂ ਹੀ ਜਾਣ ਲਓ। ਦਰਬ ਰੂਪ ਪੈ ਸਵਾਰਥ ਸੇ ਪ੍ਰੇਮ ਕਰੇ ਸਭ ਕੋਈ। ਮਾਇਆ ਨਾ, ਰੂਪ ਨਾ, ਹੋਰ ਚੀਜ਼ਾਂ ਸਵਾਰਥ ਇਹ ਸਾਰੇ ਕਰਦੇ। ਪ੍ਰੇਮ ਬਈ ਸਲਾਹੀ ਹੈ ਜੋ ਇਨ ਚਾਰੇ ਬਿਨ ਹੋਏ। ਕਹਿੰਦੇ ਪ੍ਰੇਮ ਤੋਂ ਸਲੋਤਾ ਜੋ ਹੈ ਜਿਹੜਾ ਇਹਨਾਂ ਚੌਹਾਂ ਤੋਂ ਬਿਨਾਂ ਹੋਵੇ। ਫਲ ਕਾਰਨ ਸੇਵਾ ਕਰੇ ਤਸੇ ਨ ਮਨ ਕੇ ਕਾਮ, ਤਜੇ ਨ ਮਨ ਕੇ ਕਾਮ। ਇਹ ਇੱਛਾ ਮੈਨੂੰ ਆਹ ਮਿਲ ਜਾ ਉਹ ਮਿਲ ਜਾਏ, ਹਾਂਜੀ, ਮਨ ਦੀਆਂ ਇੱਛਾ ਤਿਆਗਦਾ ਨਹੀਂ। ਕਹੇ ਕਬੀਰ ਸੇਵਕ ਨਹੀਂ ਚਾਹੇ ਚੌਗੁਣ ਦਾਮ। ਕਹਿੰਦੇ ਉਹ ਸੇਵਕ ਨਹੀਂ ਜਿਹੜਾ 4 ਗੁਣਾ ਦਾਮ ਧਨ ਚਾਹੁੰਦਾ, ਹੋਰ ਮਿਲ ਜਾ ਹੋਰ ਮਿਲ ਜਾ। ਭਗਤੀ ਪ੍ਰੇਮ ਦਾ ਸੌਦਾ ਹੈ, ਨਿਯਮ ਦਾ ਸੌਦਾ ਨਹੀਂ। ਨਿਯਮ ਸੌਦਾ ਤੋਲਦਾ ਹੈ। ਸਖਾਵਤ ਉਦਾਰਤਾ ਦੀ ਬਰਕਤ ਨੂੰ ਨਹੀਂ ਜਾਣਦਾ। ਜੋ ਲੋਕ ਨਿਯਮ ਦੇ ਬਾਜ਼ਾਰ ਵਿੱਚ ਫਿਰਦੇ ਹਨ ਉਹਨਾਂ ਨੂੰ ਭਗਤੀ ਦਾ ਸੌਦਾ ਨਹੀਂ ਮਿਲਦਾ। ਪ੍ਰੇਮ ਦੀ ਲੀਲਾ ਨਿਆਰੀ ਹੈ। ਭਗਤ ਸਾਧਨ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਇੰਨਾ ਸਾਧਨ ਕਰ ਲਿਆ ਹੈ ਔਰ ਇੰਨਾ ਫਲ ਦਿਓ। ਇਹ ਗੱਲ ਹੰਕਾਰ ਪ੍ਰਗਟ ਕਰਦੀ ਹੈ, ਕਿਉਂਕਿ ਜਦੋਂ ਤੱਕ ਆਪਣੇ ਕੀਤੇ ਦਾ ਮਾਣ ਹੈ ਉਦੋਂ ਤੱਕ ਹੰਕਾਰ ਹੈ, ਅਤੇ ਜਦੋਂ ਤੱਕ ਹੰਕਾਰ ਹੈ ਤਦ ਤੱਕ ਭਗਤੀ ਨਹੀਂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨ ਬਸ ਹੈ ਇਕ ਠਾਏ। ਭਗਤ ਨੂੰ ਹੰਕਾਰ ਤਿਆਗ ਕੇ ਹੀ ਇਹ ਕਹਿਣਾ ਪੈਂਦਾ ਹੈ ਕਿ ਹਰ ਆਪੇ ਠਾਕਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ।
ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰੇ। ਕਹਿੰਦੇ ਕੀ ਹੈ, ਜੇਕਰ ਭਗਵਾਨ ਨਿਯਮ ਦੇ ਅਧੀਨ ਹੋਣ ਤਾਂ ਉਹਨਾਂ 'ਤੇ ਨਿਰਭਰ ਹੋਣ ਜਾਂ ਉਹਨਾਂ ਦਾ ਧੰਨਵਾਦ ਕਰਨ ਦਾ ਕੁਝ ਅਰਥ ਹੀ ਨਹੀਂ ਰਹੇਗਾ। ਭਗਵਾਨ ਭਾਵ ਜਾਂ ਪ੍ਰੇਮ ਦੇ ਭੁੱਖੇ ਹਨ, ਪਦਾਰਥਾਂ ਦੇ ਨਹੀਂ। ਭਗਵਾਨ ਰਾਮ ਜੀ ਨੇ ਭੀਲਣੀ ਦੇ ਸੁੱਕੇ ਅਤੇ ਨੀਰਸ ਬੇਰ ਕਿੰਨੇ ਸਵਾਦ ਨਾਲ ਖਾਧੇ ਸਨ। ਸੁਦਾਮਾ ਦੇ ਚੌਲਾਂ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਕਿਸ ਚਾਅ ਨਾਲ ਖਾਧਾ ਸੀ ਅਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਸੀ। ਉਹਨਾਂ ਨੇ ਬਿਦਰ ਜੀ ਦਾ ਅਲੂਣਾ ਸਾਗ ਖਾਧਾ, ਪਰ ਦੁਰਯੋਧਨ ਦੇ ਸਵਾਦੀ ਖਾਣੇ ਅਤੇ ਮੇਵੇ ਤਿਆਗ ਦਿੱਤੇ ਸਨ। ਇਹ ਸਭ ਪ੍ਰੇਮ ਦਾ ਹੀ ਕਰਿਸ਼ਮਾ ਸੀ। ਇਸ ਲਈ ਭਗਵਾਨ ਨੂੰ ਮਿਲਣ ਦੇ ਲਈ ਦਿਲ ਦਾ ਬੇਚੈਨ ਹੋਣਾ ਹੀ ਭਗਤੀ ਹੈ। ਪ੍ਰੇਮ ਵਿੱਚ ਸਭ ਕੁਝ ਦੇਣ ਨਾਲ ਸਭ ਕੁਝ ਮਿਲਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਦਿੰਦੇ ਸਾਰ ਹੀ ਮਿਲ ਜਾਵੇ। ਭਗਤ ਦੇ ਸਭ ਕੁਝ ਅਰਪਣ ਕਰਨ 'ਤੇ ਭਗਵਾਨ ਉਸ ਨੂੰ ਤਰਸਾਉਂਦੇ ਹਨ ਅਤੇ ਪ੍ਰਭੂ ਮਿਲਣ ਦੀ ਚਾਹ ਨੂੰ ਹੋਰ ਚਮਕਾਉਂਦੇ ਹਨ। ਭਗਵਾਨ ਆਪਣੀ ਮਰਜ਼ੀ ਨਾਲ ਹੀ ਮਿਲਦੇ ਹਨ, ਮਜਬੂਰ ਹੋ ਕੇ ਨਹੀਂ। ਭਾਵ ਭਗਵਾਨ ਆਪਣੀ ਇੱਛਾ ਨਾਲ ਹੀ ਮਿਲਦੇ ਹਨ ਅਤੇ ਬਿਨਾਂ ਕਾਰਨ ਹੀ ਕਿਰਪਾ ਕਰਦੇ ਹਨ। ਪ੍ਰੇਮ ਰਾਜ ਵਿੱਚ ਤਾਂ ਜਿੱਤ ਹੀ ਜਿੱਤ ਹੈ, ਪਰ ਧੀਰਜ ਰੱਖੋ। ਜਦ ਤੱਕ ਕਿਰਪਾ ਦ੍ਰਿਸ਼ਟੀ ਦੀ ਵਰਖਾ ਨਹੀਂ ਹੁੰਦੀ, ਭਗਤ ਦੀ ਵਿਆਕੁਲਤਾ ਵੱਧਦੀ ਹੀ ਜਾਂਦੀ ਹੈ। ਜਿੰਨੀ ਵਿਆਕੁਲਤਾ ਵੱਧ ਹੁੰਦੀ ਹੈ, ਉਨੀ ਹੀ ਜਲਦੀ ਭਗਵਾਨ ਮਿਲਦੇ ਹਨ। ਪਰ ਸਾਡੇ ਦਿਲ ਵਿੱਚ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਡੇਰਾ ਲਾ ਕੇ ਬੈਠੇ ਹਨ। ਇਸ ਵਿੱਚ ਭਗਵਾਨ ਦੇ ਲਈ ਸੱਚੀ ਤੜਫ ਹੋਵੇ ਵੀ ਕਿਵੇਂ। ਅਜਿਹੀ ਭਗਤੀ ਨਾ ਹੋਵੇ ਕਿ ਕਦੇ ਭਗਵਾਨ ਵੱਲ ਕਦੇ ਸੰਸਾਰ ਵੱਲ। ਜਿਸ ਭਗਤੀ ਵਿੱਚ ਦੁਨੀਆਦਾਰੀ ਦੀ ਮਿਲਾਵਟ ਹੈ, ਉਹ ਭਗਤੀ ਨਾਲ ਰੂਹਾਨੀ ਮੰਜ਼ਿਲਾਂ ਨਹੀਂ ਮਿਲ ਸਕਦੀਆਂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੰਸਾਰ ਵਿੱਚ ਉਹਨਾਂ ਮਨੁੱਖਾਂ ਦਾ ਜੀਵਨ ਧਨ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਹਰ ਸਮੇਂ ਭਗਵਾਨ ਦੀ ਸੁੰਦਰ ਮੂਰਤੀ ਨੱਚਦੀ ਹੈ, ਜਿਨ੍ਹਾਂ ਦੇ ਕੰਨਾਂ ਵਿੱਚ ਹਰ ਸਮੇਂ ਭਗਵਾਨ ਦੇ ਨਾਮ ਦੀ ਆਵਾਜ਼ ਗੁੰਜਾਰ ਕਰਦੀ ਹੈ, ਜਿਨ੍ਹਾਂ ਦੇ ਨੇਤਰ ਭਗਵਾਨ ਦੇ ਸਿਵਾ ਹੋਰ ਕਿਸੇ ਵਸਤੂ ਨੂੰ ਦੇਖਣਾ ਨਹੀਂ ਚਾਹੁੰਦੇ, ਜਿਨ੍ਹਾਂ ਦਾ ਮਨ ਰੂਪੀ ਭੌਰ ਸਦਾ ਭਗਵਾਨ ਦੇ ਚਰਨ ਕਮਲਾਂ ਦਾ ਮਧੁਰ ਮਕਰੰਦ ਰਸ ਪੀਂਦਾ ਰਹਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਬਿਰਹਾ ਵੇਦਨਾ ਦੀ ਜਵਾਲਾ ਧੜਕ ਰਹੀ ਹੈ। ਪੀੜਾ ਉਹਨਾਂ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ, ਉਹ ਤਾਂ ਆਪਣੀ ਪ੍ਰੀਤਮ ਦੀ ਯਾਦ ਵਿੱਚ ਦਿਨ ਰਾਤ ਤੜਫਦੇ ਰਹਿੰਦੇ ਹਨ। ਉਹਨਾਂ ਨੂੰ ਤਾਂ ਭਗਵਾਨ ਤੋਂ ਸਿਵਾ ਹੋਰ ਕਿਸੇ ਭੋਜਨ ਦੀ ਵੀ ਜ਼ਰੂਰਤ ਹੀ ਨਹੀਂ ਪੈਂਦੀ। ਉਹਨਾਂ ਦਾ ਸਾਰਾ ਜੀਵਨ ਭਗਵਾਨਮਈ ਹੋ ਜਾਂਦਾ ਹੈ। ਭਾਵ ਖਾਂਦੇ ਨਾਮ, ਪੀਂਦੇ ਨਾਮ, ਚੱਲਦੇ ਨਾਮ, ਸੌਂਦੇ ਨਾਮ, ਜਾਗਦੇ ਨਾਮ। ਪ੍ਰੇਮ ਹੀ ਇੱਕ ਐਸਾ ਤੀਰ ਹੈ ਜਿਸ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ। ਸੂਰਦਾਸ ਜੀ ਕਹਿੰਦੇ ਹਨ ਕਿ ਜੋ ਜੋਗੀਆਂ ਦੇ ਧਿਆਨ ਵਿੱਚ ਨਹੀਂ ਆਉਂਦੇ, ਗੋਪੀਆਂ ਨੂੰ ਇੱਕ ਲੱਸੀ ਦੇ ਪਿਆਲੇ ਲਈ ਨਾਚ ਨਚਾਉਂਦੀਆਂ ਹਨ। ਭਗਵਾਨ ਖੁਦ ਕਹਿੰਦੇ ਹਨ ਕਿ ਹੇ ਗੋਪੀਓ, ਤੁਸੀਂ ਆਪਣੀ ਉਦਾਰਤਾ ਨਾਲ ਹੀ ਮੈਨੂੰ ਰਿਣ ਰਹਿਤ ਕਰ ਸਕਦੀਆਂ ਹੋ। ਗੋਪੀਆਂ ਦਾ ਪ੍ਰੇਮ ਅਦੁੱਤੀ ਸੀ, ਪਰ ਇਹ ਪ੍ਰੇਮ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦ ਮਨੁੱਖ ਸੰਸਾਰ ਦੇ ਵਿਸ਼ਿਆਂ ਤੋਂ ਮੂੰਹ ਮੋੜ ਲਵੇ। ਅਨੰਨ ਪ੍ਰੇਮ ਸਦਾ ਇੱਕ ਰਸ ਬਣਿਆ ਰਹਿੰਦਾ ਹੈ, ਇਹ ਵੱਧਦਾ ਹੀ ਜਾਂਦਾ ਹੈ। ਇਸ ਲਈ ਕਹਿੰਦੇ ਹਨ ਕਿ ਪਲ ਮੈਂ ਚੜ੍ਹੇ ਪਲ ਮੈਂ ਉਤਰੇ, ਜੈ ਤੋ ਪ੍ਰੇਮ ਨਾਹੀਂ। ਆਠੇ ਪੈਰ ਭੀਨਾ ਰਹੇ, ਪ੍ਰੇਮ ਕਹਾਵੈ ਸੋਈ। ਕਦੀ ਮਨ ਜਾ ਗਿਆ, ਕਦੀ ਟੁੱਟ ਗਿਆ, ਉਹ ਨਹੀਂ। ਕਹਿੰਦੇ ਹਰ ਵੇਲੇ ਭਿੱਜਿਆ ਰਹੇ, ਉਹਦਾ ਨਾਮ ਪ੍ਰੇਮ ਹੈ। ਅਤੇ ਬਾਕੀ ਦਾ ਸੰਸਾਰੀ ਸੌਦਾ ਹੈਗਾ। ਨਿਸ਼ਰਦਕ ਵਿੱਚ ਭਗਤੀ ਦਾ ਅੰਕਰ ਨਹੀਂ ਫੁੱਟਦਾ। ਕਹਿੰਦੇ ਹਨ ਸ਼ਰਦਾ ਨਿਸ਼ਚੇਹੀਨ ਮੈਂ ਭਗਤੀ ਨਾ ਅੰਕਰ ਲਾਏ, ਕੇਸਰ ਕਮਲ ਕਪੂਰ ਕਬ ਅਵਸਰ ਮੈਂ ਉਪਜਾਏ। ਇਹ ਤਾਂ ਕਦੇ ਕਦੇ ਮੌਕੇ ਦੇ ਕਹਿੰਦੇ ਪੈਦਾ ਹੁੰਦੇ ਆ। ਪ੍ਰੇਮ ਸਦਾ ਰਹਿਣ ਵਾਲੀ ਚੀਜ਼ ਹੈ, ਜਿਸ ਦਾ ਅਧਿਕਾਰ ਸਭ ਤੋਂ ਹਟ ਜਾਂਦਾ ਹੈ। ਜਿਸ ਦੇ ਕੋਲ ਕੁਝ ਨਹੀਂ ਰਹਿੰਦਾ, ਉਸਦੇ ਕੋਲ ਪ੍ਰਭੂ ਆਉਂਦੇ ਹਨ। ਕਹਿੰਦੇ ਹਨ ਦੁਨੀਆ ਕੀ ਮੁਹੱਬਤ ਤੋੜें, ਕੁਲ ਕੀ ਚਿੰਤਾ ਛੋੜें, ਫਿਰ ਬੇਸ਼ੱਕ ਮੁਝ ਸੇ ਨਾਤਾ ਜੋੜੇ। ਅਤੇ ਸਾਨੂੰ ਫਿਰ ਕਿੱਥੋਂ ਖਾਵਾਂਗੇ, ਪਹਿਨਾਂਗੇ, ਮੇਰੇ ਟੱਬਰ ਦਾ, ਪਰਿਵਾਰ ਦਾ ਕਿਵੇਂ ਹੋਊਗਾ। ਬਸ ਇਹਨਾਂ ਚੀਜ਼ਾਂ 'ਚ ਇਨਸਾਨ ਸਾਰੀ ਜ਼ਿੰਦਗੀ ਬਰਬਾਦ ਕਰਕੇ ਤੁਰ ਜਾਂਦਾ ਹੈ। ਪਰ ਦੁੱਖ ਆਵੇ ਤਾਂ ਸ਼ਿਕਾਇਤ ਨਾ ਕਰਨਾ, ਕਿਉਂਕਿ ਇਹ ਤਾਂ ਮੇਰੀ ਮੌਜ ਬਹਾਰ ਹੁੰਦੀ ਹੈ। ਤਨ, ਮਾਨ, ਸੁੰਦਰਤਾ ਅਤੇ ਜਵਾਨੀ ਦਾ ਚਮਤਕਾਰ ਸਾਹਮਣੇ ਆ ਜਾਵੇ ਤਾਂ ਸ਼ਿਕਾਰ ਨਾ ਹੋ ਜਾਇਓ, ਕਿਉਂਕਿ ਇਹ ਤਾਂ ਮੇਰਾ ਇਮਤਿਹਾਨੀ ਪਰਚਾ। ਇਹ ਪਰਚੇ ਹਨ ਧਨ,
ਮਾਣ ਸੁੰਦਰਤਾ ਜਵਾਨੀ ਆਉਂਦੀ ਹੈ, ਵਿਰਲੇ ਵਿਰਲੇ ਬੰਦੇ ਕਾਇਮ ਰਹਿੰਦੇ ਨਹੀਂ ਤਾਂ ਤਿਲਕ ਜਾਂਦੇ ਆ, ਕਹਿੰਦੇ ਇਮਤਿਹਾਨ ਹੈ। ਕੁਰਬਾਨੀ ਦੇ ਲਈ ਹੁਕਮ ਆ ਜਾਵੇ ਤਾਂ ਝਿਜਕਣਾ ਨਹੀਂ, ਕਿਉਂਕਿ ਇਸ ਨਾਲ ਤਾਂ ਮੇਰੀ ਦਇਆ ਦਾ ਦਰਵਾਜ਼ਾ ਖੁੱਲ੍ਹਦਾ ਹੈ। ਕਹਿੰਦੇ ਹਨ ਇਸ਼ਕ ਵੀ ਇੱਕ ਮਰਜ਼ ਹੈ, ਲੇਕਿਨ ਹੈ ਸੌ ਮਰਜ਼ੋਂ ਕੀ ਦੁਆ। ਜਿਹੜਾ ਰੱਬ ਦਾ ਪਿਆਰ ਵੀ ਕਹਿੰਦੇ ਇੱਕ ਬਿਮਾਰੀ ਹੈ, ਪਰ 100 ਬਿਮਾਰੀਆਂ ਦੀ ਦੁਆ ਆ। ਛੂਟਾ ਵੇ ਹਰ ਇੱਕ ਮਰਜ਼ ਸੇ ਜੋ ਇਸ਼ਕ ਕਾ ਬਿਮਾਰ। ਜਿਹਨੂੰ ਰੱਬ ਦਾ ਪ੍ਰੇਮ ਹੋ ਗਿਆ ਉਹ ਸਾਰੀਆਂ ਬਿਮਾਰੀਆਂ ਤੋਂ ਫਿਰ ਰਹਿਤ ਵੀ ਹੋ ਜਾਂਦਾ ਹੈ। ਪ੍ਰੇਮ ਵਿੱਚ ਨਿਯਮ ਨਹੀਂ ਹੁੰਦਾ, ਭਾਵ ਪ੍ਰੇਮ ਵਿੱਚ ਕਿਸੇ ਸ਼ਰ੍ਹਾ ਕਰਮ ਕਾਂਡ ਦੇ ਚੱਲਣ ਦੀ ਜ਼ਰੂਰਤ ਨਹੀਂ ਹੁੰਦੀ। ਉਸ ਦਾ ਪ੍ਰੀਤਮ ਹੀ ਉਸ ਦਾ ਮਜ਼ਹਬ ਧਰਮ ਹੁੰਦਾ ਹੈ। ਆਨੰਦ ਪ੍ਰੇਮ ਉਹ ਪਰਮ ਅਵਸਥਾ ਹੈ, ਜਿਸ ਨੂੰ ਕਰਮ ਅਤੀਤ ਅਵਸਥਾ ਕਹਿੰਦੇ। ਉਹ ਫੋਕੇ ਜਿਹੜੇ ਕਰਮ ਕਾਂਡ ਇਹਨਾਂ ਤੋਂ ਉੱਪਰ ਨਿਕਲ ਜਾਂਦਾ ਹੈ। ਇਸ ਵਿੱਚ ਆਪਣੇ ਪ੍ਰੀਤਮ ਦਾ ਸਿਮਰਨ ਜਾਂ ਚਿੰਤਨ ਕਰਮ ਨਹੀਂ ਹੈ, ਕਿਉਂਕਿ ਉਹ ਆਪਣੇ ਆਪ ਹੁੰਦਾ ਹੈ। ਇਸ ਵਿੱਚ ਕਰਤਾਪਨ ਦਾ ਭਾਵ ਨਹੀਂ ਹੁੰਦਾ। ਨਾਮ ਜਪ ਅਤੇ ਸਿਮਰਨ ਵਿੱਚ ਇਹੀ ਫਰਕ ਹੈ ਕਿ ਜਪ ਤਾਂ ਪ੍ਰੇਮ ਪ੍ਰਾਪਤੀ ਲਈ ਕਰਤਾ ਭਾਵ ਨਾਲ ਕੀਤਾ ਜਾਂਦਾ ਹੈ। ਇਸ ਵਿੱਚ ਕਰਤਾਪਨ ਦੀ ਬਹੁਤਾਤ ਹੁੰਦੀ ਹੈ ਅਤੇ ਭਾਵ ਦੀ ਕਮੀ ਰਹਿੰਦੀ ਹੈ। ਪਰ ਸਿਮਰਨ ਜਾਂ ਚਿੰਤਨ ਪ੍ਰੀਤਮ ਦੇ ਬਿਰਹਾ ਵਿੱਚ ਆਪਣੇ ਆਪ ਹੁੰਦਾ ਹੈ। ਇਸ ਵਿੱਚ ਕਰਤਾਪਨ ਨਹੀਂ ਹੁੰਦਾ। ਮੈਂ ਇੰਨੇ ਪਾਠ ਕੀਤੇ, ਹਾਂਜੀ ਮੈਂ ਇੰਨੀਆਂ ਮਾਲਾ ਫੇਰੀਆਂ, ਇਹ ਭਾਵ ਨਹੀਂ। ਉਹ ਤਾਂ ਫਿਰ ਉਹਦੇ 'ਚ ਲੀਨ ਹੋ ਜਾਂਦਾ ਹੈ। ਜੋ ਧਿਆਨ ਜਾਂ ਚਿੰਤਨ ਭਗਵਾਨ ਦੇ ਨਾਮ ਗੁਣ ਆਦਿ ਦਾ ਮਹੱਤਵ ਸੁਣ ਕੇ ਕਰਤਾਪਨ ਦੇ ਨਾਲ ਕੀਤਾ ਜਾਂਦਾ ਹੈ, ਉਹ ਅੰਤਰੰਗ ਦੀ ਸ਼ੁੱਧੀ ਅਤੇ ਭਗਵਾਨ ਵਿੱਚ ਵਿਸ਼ਵਾਸ ਪੈਦਾ ਕਰਨ ਵਾਲਾ ਹੁੰਦਾ ਹੈ। ਇਸ ਲਈ ਉਹ ਭਗਤੀ ਦਾ ਹੀ ਇੱਕ ਅੰਗ ਹੈ। ਪਰ ਜਦ ਤੱਕ ਇਸ ਦੇ ਨਾਲ ਕਰਤਾਪਨ ਦਾ ਸੰਬੰਧ ਹੈ, ਉਦੋਂ ਤੱਕ ਇਸ ਵਿੱਚ ਰੁਕਾਵਟ ਜ਼ਰੂਰ ਪੈਂਦੀ ਹੈ। ਇਹ ਬਿਲਕੁਲ ਅਟੁੱਟ ਜਾਂ ਨਿਰੰਤਰ ਨਹੀਂ ਹੋ ਸਕਦਾ। ਇੱਕ ਰਸ ਜੋ ਸਿਮਰਨ ਜਾਂ ਚਿੰਤਨ ਪ੍ਰੀਤਮ ਦੇ ਵਿਯੋਗ ਵਿੱਚ, ਉਹਨਾਂ ਦੀ ਬਿਰਹਾ ਵਿਆਕਲਤਾ ਵਿਛੋੜੇ ਵਿੱਚ ਹੁੰਦਾ ਹੈ, ਉਸ ਵਿੱਚ ਰੁਕਾਵਟ ਨਹੀਂ ਪੈਂਦੀ, ਕਿਉਂਕਿ ਉਸ ਵਿੱਚ ਕਰਤਾਪਨ ਦਾ ਭਾਵ ਨਹੀਂ ਰਹਿੰਦਾ। ਇੱਕ ਮਾਤਰ ਪ੍ਰੇਮ ਹੀ ਪ੍ਰੇਮ ਰਹਿ ਜਾਂਦਾ ਹੈ। ਇਸ ਸਮੇਂ ਸਾਧਕ ਦਾ ਸਰੀਰ ਨਾਲ ਸੰਬੰਧ ਨਹੀਂ ਰਹਿੰਦਾ, ਇਸ ਲਈ ਉਹ ਸਿਮਰਨ ਕੀਤਾ ਸਾਧ ਨਹੀਂ ਹੈ। ਉਹ ਆਪਣੇ ਆਪ ਵਿੱਚ ਹੁੰਦਾ ਰਹਿੰਦਾ ਹੈ। ਜਦੋਂ ਭਗਤ ਭਗਵਾਨ ਦੇ ਪ੍ਰੇਮ ਵਿੱਚ ਮਤਵਾਲਾ ਹੋ ਜਾਂਦਾ ਹੈ ਅਤੇ ਜਦੋਂ ਉਸ ਨੂੰ ਬਾਹਰ ਦੇ ਸੰਸਾਰ ਦੀ ਕੋਈ ਚੀਜ਼ ਹੋਸ਼ ਨਹੀਂ ਰਹਿੰਦੀ, ਤਾਂ ਉਸ ਤੋਂ ਵੇਦ ਵਿਹਿਤ ਕਰਮ ਆਪਣੇ ਆਪ ਛੁੱਟ ਜਾਂਦੇ ਹਨ। ਉਹ ਉਹਨਾਂ ਨੂੰ ਜਾਣ ਬੁੱਝ ਕੇ ਨਹੀਂ ਛੱਡਦਾ, ਪਰ ਜਦੋਂ ਵੇਦਾਂ 'ਚ ਕਿਹਾ ਕੰਮ ਕਰਨਾ ਨਹੀਂ ਕਰਨਾ, ਉਹਦੀ ਅਵਸਥਾ ਵੀ ਇਹਨਾਂ ਤੋਂ ਵੀ ਉੱਪਰ ਹੋ ਜਾਂਦੀ ਹੈ। ਉਹ ਉਹਨਾਂ ਨੂੰ ਜਾਣ ਬੁੱਝ ਕੇ ਨਹੀਂ ਛੱਡਦਾ, ਪਰ ਜਦੋਂ ਤੱਕ ਉਹ ਮਸਤੀ ਦੀ ਅਵਸਥਾ ਨਾ ਆ ਜਾਵੇ, ਉਦੋਂ ਤੱਕ ਵੇਦ ਵਿਹਿਤ ਕਰਮ ਕਰਨ ਤੋਂ ਜੀ ਨਹੀਂ ਚੁਰਾਉਣਾ ਚਾਹੀਦਾ। ਭਗਤੀ ਦੀ ਆੜ ਵਿੱਚ ਇਹਨਾਂ ਕਰਮਾਂ ਨੂੰ ਛੱਡਣਾ ਨਹੀਂ ਚਾਹੀਦਾ, ਕਿਉਂਕਿ ਪ੍ਰੇਮ ਦੀ ਪਰਮ ਅਵਸਥਾ ਇਹਨਾਂ ਵੇਦ ਵਿਹਿਤ ਕਰਮਾਂ ਨੂੰ ਆਤਮ ਸਮਰਪਣ ਦੀ ਭਾਵਨਾ ਨਾਲ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਜਦੋਂ ਤੱਕ ਬਾਹਰ ਦੀ ਹੋਸ਼ ਹੈ, ਤਦ ਤੱਕ ਸੰਸਾਰ ਦੇ ਫਰਜ਼ ਜਿਵੇਂ ਰੋਜੀ ਕਮਾਉਣਾ, ਪਰਿਵਾਰ ਦੀ ਪਾਲਣਾ ਆਦਿ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਵੇਦ ਵਿਹਿਤ ਕਰਮ ਵੀ ਕਰਦੇ ਰਹੋ, ਜਦ ਤੱਕ ਉਹ ਆਪਣੇ ਆਪ ਹੀ ਛੁੱਟ ਨਾ ਜਾਣ, ਨਹੀਂ ਤਾਂ ਅਵਸਥਾ ਤੋਂ ਡਿੱਗ ਜਾਣ ਦਾ ਡਰ ਹੈ। ਪਰ ਸਰੀਰਕ ਕਰਮ ਜਿਵੇਂ ਭੋਜਨ ਖਾਣਾ ਆਦਿ ਮਰਦੇ ਦਮ ਤੱਕ ਜਾਰੀ ਰਹਿਣਗੇ, ਪਰ ਜਦ ਤੱਕ ਭੋਜਨ ਖਾਣਾ ਵੀ ਪੂਜਾ ਬਣ ਜਾਂਦਾ ਹੈ। ਦੇਵ ਰਿਸ਼ੀ ਨਾਰਦ ਜੀ ਕਹਿੰਦੇ ਹਨ ਕਿ ਐਸੇ ਅਨੁਰਾਗ ਜਾਂ ਪ੍ਰੇਮ ਦਾ ਨਾਮ ਭਗਤੀ ਹੈ, ਜਿਸ ਵਿੱਚ ਕਿਸੇ ਦਾ ਧਿਆਨ ਨਾ ਰਹੇ ਅਤੇ ਜਿਸ ਦੇ ਪੈਦਾ ਹੋਣ ਤੋਂ ਬਾਅਦ ਮਨੁੱਖ ਉਸੇ ਵਿੱਚ ਮਗਨ ਹੋ ਜਾਵੇ। ਭਗਤੀ ਵਿੱਚ ਐਸਾ ਪਿਆਰ ਹੈ ਜਿਸ ਤੋਂ ਵੱਧ ਪਿਆਰ ਹੋਰ ਕੋਈ ਨਹੀਂ ਕਰ ਸਕਦਾ। ਐਸਾ ਵਿਸ਼ਵਾਸ ਹੈ ਕਿ ਜੋ ਇੱਕ ਛਿਣ ਦੇ ਲਈ ਵੀ ਲੜ ਖੜਾਏ ਨਾ, ਹਾਂਜੀ, ਕਿਉਂਕਿ ਇੱਕ ਖਿਣ ਵੀ ਉਹ ਪ੍ਰੇਮ ਵਿੱਚ ਫਰਕ ਨਾ ਪਵੇ। ਇਸ ਵਿੱਚ ਪੂਰੀ ਨਿਸ਼ਕਾਮ ਭਾਵਨਾ ਹੈ। ਭਗਤ ਪ੍ਰੀਤਮ ਦੇ ਸਿਵਾ ਹੋਰ ਕਿਸੇ ਚੀਜ਼ ਦੀ ਇੱਛਾ ਨਹੀਂ ਰੱਖਦਾ। ਦਿਨ ਰਾਤ ਉਸੇ ਦੀ ਆਗਿਆ ਵਿੱਚ ਚੱਲਣਾ। ਉਹ ਸਿਰ 'ਤੇ ਤਾਜ ਰੱਖ ਦੇਵੇ ਤਾਂ ਕਹਿਣਾ ਕਿ ਤੇਰੀ ਇੱਛਾ, ਅਤੇ ਸਿਰ ਨੂੰ ਧੜ ਤੋਂ ਅਲੱਗ ਕਰ ਦੇਵੇ ਤਾਂ ਵੀ ਕਹਿਣਾ ਤੇਰੀ ਇੱਛਾ। ਜੇ ਸਿਰ ਜੁਦਾ ਹੋ ਗਿਆ ਤਾਂ ਵੀ ਉਹਦੇ ਹੁਕਮ 'ਚ। ਜੇ ਕੋਈ ਬਾਦਸ਼ਾਹੀ ਤਾਜ ਵਡਿਆਈ ਮਿਲ ਗਈ, ਹਾਂਜੀ, ਜੇ ਲੋਕ ਸਲਾਹ ਹੈ ਤਾਂ ਤੇਰੀ ਹੁਕਮ, ਜੇ ਨਿੰਦਾ ਤਾਂ ਛੋੜ ਨਾ ਜਾਈ। ਕਹਿੰਦੇ ਹਨ ਕਹਤੇ ਹੈ ਜੀਤੇ ਹੈ ਉਮੀਦ ਪਰ ਲੋਕ,
हमको जीने की भी उम्मीद नहीं। कई उम्मीदां ते जींदे आ ना, आसां दे, कहंदे असीं ये छड्डिया। जैसे तेरे गम से हो वास्ता, बै खज़ां बहार से कम ने। सच्चे प्रेम पूर्णमाशी नहीं हुंदी, इसलिए प्रेम कदे अपने चरम सीमा परकाष्ठा ते नहीं पहुँचता। इसलिए कहंदे उहदी पक्की धारणा हुंदी है, परमात्मा दे चरणों में जुड़िया रहिंदा है। अभी तकमील उल्फत मतलब प्रेम, पूरा प्रेम, पर ना दिल मगरूर होए, दिल जड़ा हंगार च ना होए। जय है मजल है कि जितनी तय हो जाए उतनी दूर हो। ये मजल है, तुरदे जने दूर है, जाते मकाम नहीं आता, गल बनती नहीं। हिरदे में दे कोमल अनुराग का नाम भगती है। प्रेम ही दिल नूं पगला के इसकी सख्ती नूं दूर करता है। जिथे भगती होवेगी उत्थे संग दिली कठोर हिरदा नहीं होवेगी। फुल ते पत्थर का मेल किवें होवे, जिस तरह भगती का देश न्यारा है, उस तरह इसकी गंध भी अनोखी है। इस देश में प्रेम की बोली विच जीवन का अर्थ प्रीतम का सिमरन अते दर्शन है। मौत का अर्थ प्रीतम के ओले होना अते उसनूं भुल जाना है। अमीरी का अर्थ नाम अते प्रेम, गरीबी का अर्थ नाम अते प्रेम का सुन होना है। मुक्ति का अर्थ है प्रीतम दर्शन अते बंधन का अर्थ है अपने उपर दृष्टि। भगतां भगवान दे लई ही जिउंदा है। भगती रस वो मस्ती पैदा करता है जो कदे उतरदी नहीं। ये जार बेहोशी हुंदी है, पर असल विच कमाल होश हुंदा है। हाँ जी, क्योंकि उन्हां दा ते जीवन ही ऐसा, इस संसार वालों सोना है तो असलीयत वालों जागना है। इस धन पा के मन की कंगाली दूर हो जाती है। कहते हैं हर बिन कछु नूं लागी भगतन को मीठा, आन स्वाद सफी क्या कर निर्नो डीठा। भगती जड़ भगत है उन्होंने परमात्मा के नाम बिना कोई चीज़ मिठी नहीं, होर स्वाद फिक्के है। ये निर्णा करके देखे। माई मैं तन पायो हर नाम, मन मेरो धावन ते छूटियो कर बैठो विश्राम। कहते नाम रूपी धन पाया, हुण भजना नठन तो छुटकारा हो गया, मन ने विश्राम टिका पा लिया है। भगत अपने हिरदे विच ही भगवान का दर्शन करता होया फुल ते बैठे भौरे की तरह सदा आपे विच ही मस्त मशरूर रहिंदा, मस्त हो जाता है। इसलिए भगती शांति रूपा ते आनंद रूपा है। इस नाल भगत का जीवन आनंद का खिड़िया होया फुल बन जाता है। ये अमृत चखण की चीज़ है, वर्णन करन दी नहीं। ये गल्लां नहीं भी गल्लां दे नाल है, ये तो जिहड़ा करेगा उहदा ही है। ये आनंद जां प्रेमा भगती निरोध त्याग रूपा है, क्यों ये कामना तो रहत है। प्रेम अते स्वार्थ का मेल नहीं, धन पुत्र स्त्री आदि कामना नाल भगती करनी, भगती नहीं व्यापार है। प्रेम वो अंग है जो प्रीतम दे सुआ सब कुछ ही भस्म कर दिंदी है। ये प्रेम वो अग है जो प्रीतम दे सुआ सब कुछ ही भस्म कर दिंदी है। इस लोक ते परलोक दे भोगतां की प्रेमी भगतां मुक्ति तक की भी परवाह ना करदा होया सिर्फ भगवान दे सिमरन, भगवान दे निर्मल प्रेम विच मस्त रहिंदा है। वो तो यही कहता है कि भगवान कृपा करके मैनू अपने चरण कमलों की भगती देवे। वो तो यही गाँदा है आन जला स्यों काज न कछुए, हर बूंद चात्रा को दीजे। कहते होर चीज़ों की इच्छा ही नहीं कि नाम रूपी अमृत बूंद दे दो। जिमें पपीहा किन्ना मीह पवे पर वो सवंती बूंद तो बिना वह मन जड़ा हाँ जी संतुष्ट नहीं होंदा है। देव ऋषि नारद निरोध की व्याख्या इस तरह करते हैं कि निरोध का अर्थ है लौकिक और वैदिक कर्मां का त्याग। मनुष्य दो तरह के कर्म करता है। लौकिक नंबर 1 लौकिक या संसारी जिमें रोजी रोटी कमाना आदि। वैदिक भाव वेद के अनुसार धर्म के काम जिमें जग आदि। पर भगतां लोक अते परलोक की कोई कामना ना रखदा होया अपना पूर्ण रूप नाल भगवान नूं अर्पण कर दिंदा है। वो तो भगवान के हत्थ विच औजार जंतर की तरह बन के रह जाता है। ये अंदरूनी त्याग है, ये अपनी खुद ही हंकार का त्याग है। श्री गुरु नानक देव जी महाराज फरमाते हैं जो भावै सो कार करावै, नानक दृष्टि अवर ना आवे। जो तुम राखो ते भी रहना, जो तुम कहो
सोई मोहे करन। ये गुरमुखां दा ऐसा ही भाव है। निरोध दा दूसरा अर्थ है कि केवल उस प्रीतम दे नाल प्रेम ਅਤੇ ਇਸ ਪ੍ਰੇਮ ਵਿੱਚ ਰੁਕਾਵਟ ਪਾਉਣ ਵਾਲੀਆਂ ਸਭ ਗੱਲਾਂ ਵੱਲ ਉਦਾਸੀਨਤਾ। ਇਸ ਲਈ ਭਗਤੀ ਮਾਰਗ ਵੀ ਤਿਆਗ ਦੇ ਪਹਿਲੂ ਰੱਖਦਾ ਹੈ। ਇੱਕ ਮੁਹੱਬਤ, ਹਾਂਜੀ, ਪੋਜ਼ੀਟਿਵ ਭਾਵ ਭਗਵਾਨ ਦੇ ਨਾਲ ਪ੍ਰੇਮ ਅਤੇ ਆਪਣੇ ਕਰਮਾਂ ਨੂੰ ਭਗਵਾਨ ਦੇ ਅਰਪਣ ਕਰ ਦੇਣ, ਅਤੇ ਦੂਸਰਾ ਮਨਫੀ ਕਰਦਾਂ ਦੂਜੀਆਂ ਚੀਜ਼ਾਂ ਤਿਆਗ ਦੇਣੀਆਂ। ਲੌਕਿਕ ਅਤੇ ਵੈਦਿਕ ਕਰਮਾਂ ਨੂੰ ਭਗਵਾਨ ਦੀ ਇੱਛਾ ਦੇ ਅਨੁਸਾਰ ਕਰਨਾ ਹੀ ਭਗਵਾਨ ਦੇ ਪ੍ਰਤੀਕੂਲ ਗੱਲਾਂ ਵਿੱਚ ਅਤੇ ਆਪਣੇ ਲਈ ਫਲ ਦੀ ਇੱਛਾ ਛੱਡ ਕੇ ਸਭ ਕਰਮ ਭਗਵਾਨ ਦੇ ਅਰਪਣ ਕਰ ਦਿੰਦਾ ਹੈ। ਇਹ ਉਦਾਸੀਨਤਾ ਪ੍ਰੇਮ ਦੀ ਹੈ, ਵਿਰਾਗ ਦੀ ਨਹੀਂ। ਸਹਿਜ ਹੈ, ਯਤਨ ਜਾਂ ਦਾ ਨਤੀਜਾ ਨਹੀਂ। ਇਹ ਉਦਾਸੀਨਤਾ ਭਗਵਾਨ ਵਿੱਚ ਪ੍ਰੇਮ ਨਾਲ ਹੁੰਦੀ ਹੈ। ਵਿਸ਼ਿਆਂ ਵਿੱਚ ਦੋਸ਼ ਦ੍ਰਿਸ਼ਟੀ ਭਾਵ ਵਿਰਾਗ ਨਾਲ ਨਹੀਂ ਹੁੰਦੀ, ਪਰ ਪ੍ਰਭੂ ਦੇ ਪ੍ਰੇਮ ਕਾਰਨ ਉਸਦਾ ਸਾਰਾ ਧਿਆਨ ਭਗਵੰਤ ਸੇਵਾ ਵਿੱਚ ਲੱਗ ਜਾਂਦਾ ਹੈ ਅਤੇ ਉਹ ਭਗਵਤ ਪ੍ਰੇਮ ਵਿੱਚ ਰੁਕਾਵਟ ਪਾਉਣ ਵਾਲੇ ਸਭ ਕਰਮਾਂ ਨੂੰ ਖੁਦ ਛੱਡ ਦਿੰਦਾ ਹੈ। ਕਿਉਂਕਿ ਪ੍ਰੇਮ ਦਾ ਮਤਵਾਲਾ ਭਗਤ ਤਾਂ ਕੇਵਲ ਭਗਵਾਨ ਨੂੰ ਹੀ ਚਾਹੁੰਦਾ ਹੈ। ਉਸ ਦੇ ਮਨ ਦੀ ਤਖਤੀ ਤੋਂ ਤਾਂ ਸੰਸਾਰ ਦਾ ਨਕਸ਼ਾ ਹੀ ਉੱਡ ਜਾਂਦਾ ਹੈ। ਭਗਤੀ ਦਾ ਤਿਆਗ ਆਪਣੀ ਮੁਕਤੀ ਦੇ ਲਈ ਨਹੀਂ, ਸਗੋਂ ਭਗਵਤ ਪ੍ਰੇਮ ਦੇ ਲਈ ਆਪਣੇ ਆਪ ਹੋ ਜਾਂਦਾ ਹੈ। ਜਦੋਂ ਚਿੱਤ ਚੋਰ ਨੇ ਭਗਤ ਦੇ ਮਨ ਨੂੰ ਹੀ ਚੁਰਾ ਲਿਆ ਅਤੇ ਫਿਰ ਹੋਰ ਸਭ ਕੁਝ ਆਪਣੇ ਆਪ ਛੁੱਟ ਜਾਂਦਾ ਹੈ। ਇਸ ਲਈ ਤਿਆਗ ਵਿੱਚ ਹਠ ਜਾਂ ਯਤਨ ਦੀ ਜ਼ਰੂਰਤ ਨਹੀਂ, ਕਿਉਂਕਿ ਈਸ਼ਵਰ ਪ੍ਰੇਮ ਅਤੇ ਸੰਸਾਰ ਦਾ ਪ੍ਰੇਮ ਦੋਵੇਂ ਮਿਲ ਕੇ ਨਹੀਂ ਰਹਿ ਸਕਦੇ। ਅਤੇ ਮੈਂ ਸੰਸਾਰ ਨਾਲ ਵੀ ਅਤੇ ਈਸ਼ਵਰ ਨਾਲ ਦੋਏ ਗੱਲਾਂ ਤਾਂ ਔਖੀਆਂ। ਇਸ ਲਈ ਭਗਤੀ ਵਿੱਚ ਭਗਵਾਨ ਦੇ ਸਿਵਾ ਹੋਰ ਸਭ ਸਹਾਰੇ ਨੂੰ ਛੱਡ ਦੇਣਾ ਹੀ ਅਨਾਨਿਆਤਾ, ਹਾਂਜੀ, ਤਰਕ ਮਾਂ ਸਿਵਾ ਜਾਂ ਪ੍ਰੇਮ ਦਾ ਕੈਵਲ ਹੈ। ਇੱਕੋ ਇੱਕ ਪ੍ਰੇਮ। ਜਦੋਂ ਤੱਕ ਮਨ ਭਗਵਾਨ ਦੇ ਸਿਵਾ ਕਿਸੇ ਹੋਰ ਵਸਤੂ, ਸ਼ਕਤੀ, ਪੁਰਖ ਜਾਂ ਦੇਵੀ ਦੇਵਤੇ ਦਾ ਸਹਾਰਾ ਲੈ ਰਿਹਾ ਹੋਵੇ, ਤਦ ਤੱਕ ਉਹ ਪ੍ਰੇਮਾ ਭਗਤੀ ਤੋਂ ਕੋਰਾ ਹੈ। ਭਗਤਾਂ ਸਭ ਦੂਜੀਆਂ ਚੀਜ਼ਾਂ, ਸਗੋਂ ਖੁਦ ਆਪਣੀਆਂ ਸ਼ਕਤੀਆਂ ਅਤੇ ਤਦਵੀਰਾਂ ਦਾ ਸਹਾਰਾ ਛੱਡ ਕੇ ਦਲੀਲਾਂ ਦਾ ਸਿਰਫ ਪਰਮਾਤਮਾ ਦੇ ਆਸਰੇ ਹੋ ਜਾਂਦਾ ਹੈ ਅਤੇ ਗਾਉਂਦਾ ਹੈ। ਬਿਲਾਵਲ ਮਹੱਲਾ ਪੰਜਵਾਂ। ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ, ਨਮਸਕਾਰ ਡੰਡੌਤ ਵੰਦਨਾ ਅਨਕ ਬਾਰ ਜਾਓ ਬਾਰੇ। ਰਾਹ ਉਠੇ ਵਹਿ ਸੋਵੇ ਜਾਗਤੇ, ਮਨ ਤੁਝੇ ਚਿਤਾਰੇ। ਤੈਨੂੰ ਹੀ ਚੇਤੇ ਕਰਦਾ ਉੱਠਦਾ ਬਹਿੰਦਾ, ਸੁਖ ਦੁੱਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ। ਸੁੱਖਾਂ ਦੁੱਖਾਂ ਦੀ ਪੀੜਾ ਸਭ ਤੇਰੇ ਅੱਗੇ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰੇ ਪਰਿਵਾਰੇ। ਤੂੰ ਹੀ ਸਾਰਾ ਕੁਛ, ਓਟ ਬਲ ਬੁੱਧੀ ਜੋ ਕੁਝ ਵੀ ਤਾਨ ਹੈ। ਜੋ ਤੁਮ ਕਰੋ ਸੋਈ ਫਲ ਹਮਰਾ, ਪੇਖ ਨਾਨਕ ਸੁਖ ਚਰਨਾ। ਜੋ ਤੁਸੀਂ ਕਰਦੇ ਹੈ ਉਹੀ ਠੀਕ ਹੈ, ਇਹਦੇ 'ਚ ਸਾਨੂੰ ਸੁੱਖ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ। ਇਸ ਲਈ ਜਦ ਤੱਕ ਭਗਵਾਨ ਦੇ ਸਿਵਾ ਹੋਰ ਕਿਸੇ ਚੀਜ਼ ਦਾ ਸਹਾਰਾ ਹੈ, ਤਦ ਤੱਕ ਮੰਦਰ ਖਾਲੀ ਨਹੀਂ ਹੁੰਦਾ ਜਿਸ ਵਿੱਚ ਭਗਵਾਨ ਦਾਖਲ ਹੋ ਸਕਣ। ਭਗਵਾਨ ਤਾਂ ਪੁਕਾਰ ਕੇ ਹੀ ਕਹਿੰਦੇ ਹਨ, ਇੱਕ ਭਰੋਸੇ, ਇੱਕ ਬਲ, ਇੱਕ ਵਿਸ਼ਵਾਸ, ਇੱਕ ਘਨ ਸ਼ਾਮ ਕਾਲਾ ਬਦਲ, ਹਿਤ ਚਾਤਕ ਤੁਲਸੀ ਦਾ। ਕਹਿੰਦੇ ਇੱਕ ਭਗਵਾਨ ਹੀ ਹੈ ਸਾਰਾ ਕੁਛ। ਵੀਰ ਜੀ ਮਹਾਰਾਜ ਕਹਿੰਦੇ ਹਨ, ਜੈਸੇ ਪ੍ਰੀਤ ਚੰਦ ਚਕੋਰੇ, ਬਾਦਲ ਦੇਖ ਤ੍ਰਿਪਤ ਭੈ ਮੋਰ। ਕਹਿੰਦੇ ਜਿਵੇਂ ਚੰਦ ਦੇ ਨਾਲ ਚਕੋਰ ਦੀ ਪ੍ਰੀਤੀ ਹੈ, ਬੱਦਲ ਦੇਖ ਕੇ ਮੋਰ ਤ੍ਰਿਪਤ ਹੁੰਦੇ, ਤੈਸੇ ਮੁਝ ਕੋ ਹਰ ਕੀ ਲੋੜ, ਬਿਨ ਸਿਮਰੇ ਮਨ ਕਰਤਾ ਸ਼ੋਰ। ਵਿਆਕੁਲ ਹੋ ਜਾਂਦਾ, ਮੈਨੂੰ ਕਹਿੰਦੇ ਹਰ ਵੇਲੇ ਤੇਰੀ ਲੋੜ ਹੈ। ਇਸ ਵਾਸਤੇ ਇਹ ਆਨੰਦ ਭਗਤੀ ਦਾ ਸਰੂਪ ਹੈ। ਚਕੋਰ ਇੱਕ ਵੱਡਾ ਪਹਾੜੀ ਤਿੱਤਰ ਹੁੰਦਾ ਹੈ। ਇਹ ਚੰਦ ਦਾ ਬੜਾ ਪ੍ਰੇਮੀ ਹੈ। ਇਹ ਚੰਦ ਵੱਲ ਇੱਕ ਟੱਕ ਦੇਖਦਾ ਰਹਿੰਦਾ ਹੈ ਅਤੇ ਅੱਗ ਦੀਆਂ ਚੰਗਿਆੜੀਆਂ ਨੂੰ ਚੰਦ ਸਮਝ ਕੇ ਖਾ ਜਾਂਦਾ ਹੈ। ਭਗਵਾਨ ਦੇ ਨਾਲ ਮਿਲਾਪ ਹੋਣਾ ਤਾਂ ਜੀਵਨ ਦਾ ਸਭ ਤੋਂ ਉੱਤਮ ਨਿਸ਼ਾਨਾ ਜਾਂ ਪੁਰਸ਼ਾਰਥ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਦੇ ਅਨੇਕ ਸਾਧਨ ਹਨ। ਉਹਨਾਂ ਵਿੱਚੋਂ ਭਗਤੀ ਹੀ ਵਰਤਮਾਨ ਯੁੱਗ ਦਾ ਸਭ ਤੋਂ ਉੱਤਮ ਸਾਧਨ ਹੈ। ਭਗਤੀ ਭਜ ਸ਼ਬਦ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਸੇਵਾ, ਸਿਮਰਨ, ਸੰਲਗਨ, ਮਗਨ ਹੋਣਾ, ਭਜਨ ਜਾਂ ਪੂਜਾ। ਭਗਤੀ ਦਾ ਅਰਥ ਹੈ ਭਗਵਾਨ ਦੇ ਨਾਮ ਨੂੰ ਵਾਰ-ਵਾਰ ਸਿਮਰਨ ਕਰਨਾ ਤਾਂ ਕਿ ਉਹਦੇ ਗੁਣ ਮਨ ਵਿੱਚ ਉਕਰ ਜਾਣ। ਭਾਵ ਸਿਮਰਨ ਦੁਆਰਾ ਭਗਵਾਨ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰੇ।
ਪਰਮਾਤਮਾ ਦੇ ਖਿਆਲ ਵਿੱਚ ਮਗਨ ਹੋ ਜਾਣਾ ਹੀ ਉਹਨਾਂ ਨਾਲ ਪ੍ਰੇਮ ਕਰਨਾ ਹੈ। ਸੰਗਤ ਆਪਣੀ ਰੰਗਤ ਲਿਆਏ ਬਿਨਾਂ ਨਹੀਂ ਰਹਿੰਦੀ। ਭਗਤੀ ਸ਼ਰਧਾ ਪੂਰਨ ਸ਼ੁੱਧ ਅਤੇ ਨਿਸਵਾਰਥ ਪਿਆਰ ਹੈ। ਇਸ ਨਾਲ ਬਾਸ਼ਨਾ ਤੇ ਹੰਕਾਰ ਦਾ ਨਾਸ ਹੁੰਦਾ ਹੈ। ਇਹ ਗਿਆਨ ਦਾ ਕਪਾਟ ਖੋਲ੍ਹਣ ਦੀ ਉੱਤਮ ਕੁੰਜੀ ਹੈ। ਸੇਵਾ ਹੰਕਾਰ ਭਗਤੀ ਬਨੋਬਾ ਜੀ। ਇਸ ਲਈ ਭਗਤੀ ਦਾ ਅਰਥ ਹੈ ਜਿਸ ਕਿਸੇ ਉਪਾਅ ਨਾਲ ਭਗਵਾਨ ਦੀ ਪੂਜਾ ਜਾਂ ਸੇਵਾ ਕਰਨਾ। ਇਸ ਲਈ ਸੇਵਾ ਨੂੰ ਹੀ ਭਗਤੀ ਦਾ ਪ੍ਰਧਾਨ ਅੰਗ ਕਿਹਾ ਗਿਆ ਹੈ। ਸੇਵਾ ਦੇ 3 ਭਾਵ, ਇਹਨਾਂ ਦੀ ਵਿਚਾਰ ਅਗਲੇ ਅਧਿਆਇ ਵਿੱਚ ਪ੍ਰਸੰਗ 'ਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।